रामकली महला पंजवा छंत। छंत शब्द उचारण करदिया होया पंजवें पातशाह धन धन श्री गुरु अर्जन देव साहब जी महाराज रामकली राग दे विच ਇਹ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ। ਜੋ ਉਪਦੇਸ਼ ਪ੍ਰਾਰੰਭ ਕਰਨ ਤੋਂ ਪਹਿਲਾਂ ਪ੍ਰਭੂ ਪਰਮਾਤਮਾ ਦਾ ਮੰਗਲ ਕਰਦੇ ਨੇ। ਇੱਕ ਅਦੁੱਤੀ ਪਰਮੇਸ਼ਰ ਜੋ ਹੈ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ ਅਤੇ ਸਤ ਗੁਰ ਪ੍ਰਸਾਦ। ਸਤ ਹੈ ਚਿਤ ਹੈ ਆਨੰਦ ਰੂਪ ਹੈ ਜੋ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸੋ ਇਹ ਬੀਜ ਰੂਪ ਮੰਤਰ ਉਚਾਰਨ ਕਰਕੇ ਮੰਗਲ ਕੀਤਾ ਹੈ। ਉਪਰੰਤ ਸੋ ਪਾਵਨ ਉਪਦੇਸ਼ ਪ੍ਰਾਰੰਭ ਕਰ ਰਹੇ ਹਨ। ਸਾਜਨੜਾ ਮੇਰਾ ਸਾਜਨੜਾ। ਸਾਧ ਸੰਗਤ ਜੀਓ, ਇਹ ਪਾਵਨ ਸ਼ੰਤ ਸ਼ਬਦ ਹੈ। ਲੰਮੀਆਂ ਲੰਮੀਆਂ ਪੰਕਤੀਆਂ ਨੇ ਜੋ 6-6 ਤੁਕਾਂ ਵਾਲੀਆਂ। ਇਹ ਜੋ 4-4 ਪੌੜੀਆਂ ਵਾਲਾ ਇਹ ਪਾਵਨ ਸ਼ਬਦ ਹੈ। ਛੰਦ ਨਾਮ ਜਸ ਰੂਪ ਛੰਦ ਵੀ ਹੈ ਜਿਸ ਵਿੱਚ ਵਾਹਿਗੁਰੂ ਜੀ ਦਾ ਜਸ ਕੀਤਾ ਹੋਵੇ। ਛੰਦ ਦਾ ਇਹ ਵੀ ਅਰਥ ਹੈ ਜਿਹਦੇ 'ਚ ਕਾਵ ਅਤੇ ਸੰਗੀਤ ਹੋਵੇ। ਇਹ ਗੁਰਬਾਣੀ ਕਾਵ ਰੂਪ ਹੈ ਅਤੇ ਸੰਗੀਤਮਈ ਧੁਨੀ। ਮਤਲਬ ਸਿੰਘ ਪਾਠ ਪੜ੍ਹਦਾ ਹੈ, ਨਾਲ ਜੋੜੀ ਦੀ ਵਾਜੇ ਦੀ ਲੋੜ ਹੀ ਨਹੀਂ ਹੈ। ਪੜ੍ਹਦਿਆਂ ਹੀ ਵਿੱਚੋਂ ਸੰਗੀਤ ਉਤਪੰਨ ਹੋ ਰਿਹਾ ਹੈ। ਜੇ ਜੋੜੀ 'ਤੇ ਵਾਜਾ ਵੱਜੇ ਵੀ ਤਾਂ ਹੋਰ ਸੁੰਦਰ ਬਣੇਗਾ। ਇੰਝ ਇਹਨੂੰ ਛੰਦ ਬੋਲਦੇ ਨੇ। ਇਸ ਦੀ ਉਦਾਹਰਨਕਾ ਇੰਝ ਹੈ ਕਿ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਨ ਲੱਗਿਆ ਹੋਇਆ ਸੀ। 4 ਚੁਫੇਰਿਓਂ ਸੰਗਤਾਂ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ। ਸਤਿਗੁਰੂ ਜੀ ਸਭਨਾਂ ਦੀਆਂ ਭਾਵਨਾਵਾਂ ਅਨੁਸਾਰ ਮਨੋਕਾਮਨਾਵਾਂ ਪੂਰੀਆਂ ਕਰ ਰਹੇ ਸਨ। ਉਸ ਵਕਤ ਸਿੱਖਾਂ ਨੇ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਬੇਨਤੀ ਕੀਤੀ ਕਿ ਹੇ ਸਤਿਗੁਰੂ ਜੀ, ਜੋ ਪਰਮੇਸ਼ਰ ਸਦਾ ਹੀ ਅਬਿਨਾਸ਼ੀ ਹੈ, ਕੀ ਉਸ ਪਰਮੇਸ਼ਰ ਦੇ ਦੀਦਾਰ ਵੀ ਹੋ ਸਕਦੇ ਨੇ? ਤਦ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੋ ਸਿੱਖ ਦਰਸ਼ਨਾਂ ਦੀ ਭਾਵਨਾ ਕਰਦੇ ਨੇ ਉਹਨਾਂ ਨੂੰ ਸਰਗੁਣ ਸਰੂਪ ਧਾਰ ਕੇ ਪਰਮੇਸ਼ਰ ਵਾਹਿਗੁਰੂ ਪ੍ਰਤੱਖ ਹੋ ਕੇ ਦਰਸ਼ਨ ਵੀ ਬਖਸ਼ ਦਿੰਦਾ ਹੈ, ਕਿਉਂਕਿ ਉਹ ਪਰਮੇਸ਼ਰ ਦੂਰ ਨਾ ਹੀ ਮੇਰੋ ਪ੍ਰਭ ਪਿਆਰਾ। ਇਹ ਨਹੀਂ ਵੀ ਕਿਤੇ ਉਹ ਕਿਤੋਂ ਉਹਨੇ ਆਉਣਾ ਹੈ ਸਾਨੂੰ ਦਰਸ਼ਨ ਦੇਣ ਲਈ। ਕੋਈ ਸੱਚਖੰਡ ਜਿਹਦੇ ਵਿੱਚ ਉਹ ਰਹਿੰਦਾ ਹੈ ਉਹ ਸੁੱਤਾ ਹੋਵੇਗਾ ਜਾਂ ਬੈਠਾ ਹੋਵੇਗਾ ਜਾਂ ਗੱਲਾਂ ਮਾਰਦਾ ਹੋਵੇਗਾ ਅਤੇ ਜਦ ਆਪਾਂ ਯਾਦ ਕਰੀਏ ਸਾਨੂੰ ਕਹੂਗਾ ਕੋਈ ਨਹੀਂ ਅੱਜ ਮੇਰਾ ਟਾਈਮ ਨਹੀਂ, ਕੱਲ੍ਹ ਨੂੰ ਆਊਂਗਾ। ਇੰਝ ਕੁਝ ਨਹੀਂ ਹੈ। ਉਹ ਕਿਤੇ ਦੂਰ ਨਹੀਂ ਰਹਿੰਦਾ ਹੈ। ਉਹ ਤਾਂ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੇ ਨਾ ਪਇਓ ਦੁਰਾਈ। ਕੇਵਲ ਯਾਦ ਕਰਨ ਦੀ ਲੋੜ ਹੈ ਤਾਂ ਇੱਥੇ ਹੀ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜਿਸ ਦੀ ਭਾਵਨਾ ਜੈਸੀ ਹੋਵੇਗੀ ਉਹਦੇ ਮੁਤਾਬਕ ਉਹ ਪ੍ਰਗਟ ਹੋ ਕੇ ਪ੍ਰਤੱਖ ਹੋ ਕੇ ਦਰਸ਼ਨ ਬਖਸ਼ ਦੇਵੇਗਾ। ਇਉਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ ਹੈ। ਸਾਜਨੜਾ ਮੇਰਾ
ਸਾਜਨੜਾ। ਇਹ ਭਾਈ ਪਰਮੇਸ਼ਰ ਸਾਡਾ ਮਨ ਦਾ ਵੀ ਸੱਜਣ ਹੈ ਅਤੇ ਤਨ ਦਾ ਵੀ ਸੱਜਣ ਹੈ ਤੇ ਬਾਣੀ ਦਾ ਵੀ ਸੱਜਣ ਹੈ। ਨਿਕਟ ਖਲੋਇੜਾ ਮੇਰਾ ਸਾਜਨੜਾ। ਹੁਣ ਮੈਂ ਤੁਹਾਨੂੰ ਆਖਾਂ ਕਿ ਸੰਗਤ ਜੀ ਕਥਾ ਸੁਣੋ, ਤੁਸੀਂ ਸੁਣੋਗੇ ਨਹੀਂ। ਫਿਰ ਮੈਂ ਕਹੂੰਗਾ ਵੀ ਸਾਧ ਸੰਗਤ ਜੀ ਜਰਾ ਧਿਆਨ ਦੇ ਨਾਲ ਬੈਠ ਕੇ ਸੁਣੋ, ਥੋੜ੍ਹੇ ਜਿਹੇ ਤੁਸੀਂ ਸਾਵਧਾਨ ਹੋਵੋਗੇ। ਜੇ ਦੋ ਚਾਰ ਹੋਰ ਗੱਲਾਂ ਕਰਦੇ ਹੋਣ ਫਿਰ ਬੇਨਤੀ ਕਰਾਂਗੇ ਸਾਧ ਸੰਗਤ ਜੀਓ, ਤੁਹਾਨੂੰ ਬੇਨਤੀ ਹੈ ਵੀ ਕਥਾ ਜ਼ਰੂਰ ਸੁਣੋ। ਕਹਿਣ ਦਾ ਭਾਵ ਹੈ ਵੀ ਜਿਹੜੀ ਗੱਲ 3 ਵਾਰ ਕਹਿ ਦਈਏ ਉਹਦੀ ਪ੍ਰੋੜਤਾ ਹੋ ਜਾਂਦੀ ਹੈ, ਉਹ ਪੱਕੀ ਹੋ ਜਾਂਦੀ ਹੈ, ਉਹ ਭੁੱਲਦੀ ਨਹੀਂ ਹੈ। ਆਹ ਕੰਮ ਕਰਨਾ ਹੈ, ਹਾਂਜੀ ਠੀਕ ਹੈ ਕਰ ਦਿਆਂਗੇ। ਆਹ ਕੰਮ ਜ਼ਰੂਰੀ ਕਰਨਾ ਹੈ, ਹਾਂਜੀ ਠੀਕ ਹੈ ਜੀ। ਤੁਸੀਂ ਜਾਂਦਿਆਂ ਹੀ ਕੰਮ ਕਰ ਦੇਣਾ ਹੈ। ਜੋ 3 ਵਾਰ ਕਹਿ ਦਈਏ ਉਹ ਗੱਲ ਪੱਕੀ ਹੁੰਦੀ ਹੈ। ਇਉਂ ਮਹਾਰਾਜ ਨੇ 3 ਵਾਰ ਆਖਿਆ ਹੈ ਸਾਜਨ ਡਾ। ਜਿਹੜਾ ਡਾ ਅੱਖਰ ਹੈ ਇਹ ਪਿਆਰ ਦੀ ਬੋਲੀ ਹੈ, ਅੜਿਆ। ਸੋ ਪਿਆਰ ਦੇ ਨਾਲ ਕਿਸੇ ਨੂੰ ਬੁਲਾਉਣਾ ਹੈ। ਇਉਂ ਜਿਹੜਾ ਡਾ ਅੱਖਰ ਹੈ ਇਹ ਵਾਧੂ ਨਹੀਂ ਹੈ। ਸੱਜਣ ਦਾ ਅਰਥ ਤਾਂ ਮਿੱਤਰ ਹੀ ਹੈ। ਜਿਹੜਾ ਨਾਲ ਹੁੰਦਾ ਤਾਂ ਵੀ ਮਿੱਤਰ ਹੀ ਅਰਥ ਬਣਨਾ ਸੀਗਾ, ਸੱਜਣ ਹੀ। ਪਰ ਸਾਜਨ ਅੜਾ ਦੇ ਨਾਲ ਪਿਆਰ ਦਾ ਆ ਗਿਆ। ਇਉਂ ਪਿਆਰ ਦੀ ਬੋਲੀ ਬੋਲੀ ਹੈ ਮਹਾਰਾਜ ਨੇ। ਬਾਕੀ ਇਹ ਕਾਵ ਹੈ, ਕਵਿਤਾ ਹੈ। ਇਹਦੇ ਅੱਖਰਾਂ ਦੀਆਂ ਮਾਤਰਾਵਾਂ ਛੰਦਾਂ ਦੇ ਹਿਸਾਬ ਦੇ ਨਾਲ ਉਹਦੇ ਮੁਤਾਬਕ ਵੀ ਅੱਖਰ ਹੁੰਦੇ ਹਨ। ਇਉਂ ਸੋ ਸਾਡੇ ਮਨ ਦਾ ਵੀ ਸੱਜਣ ਹੈ, ਤਨ ਦਾ ਵੀ ਸੱਜਣ ਹੈ, ਬਾਣੀ ਦਾ ਵੀ ਸੱਜਣ ਹੈ। ਹਰ ਵਕਤ ਇੰਜ ਮਨ ਬਾਣੀ ਸਰੀਰ ਕਰਕੇ ਸਾਡੇ ਨਜ਼ਦੀਕ ਹੀ ਖਲੋਇੜਾ ਖੜਾ ਹੈ। ਸੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾਹ। ਇਹ ਜਿਹੜੇ ਹਾਹੇ ਔਂਕੜ ਨੇ ਇਹ ਬਹੁਤ ਸਲਿਮ ਤਰੀਕੇ ਨਾਲ ਲਾਉਣੇ ਹਨ। ਇਹ ਨਹੀਂ ਕਹਿਣਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸ਼ਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾਹ। ਹਾਹੇ ਔਂਕੜ ਖਾ ਨਹੀਂ ਜਾਣੇ। ਉਹ ਮਾਤਰਾ ਭਾਵੇਂ ਅੱਧੀ ਹੈ, ਅੱਧੀ ਹੋਈ ਮਾਤਰਾ ਬੋਲਣੀ ਹੈ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾਹ। ਆਪ ਨੂੰ ਪਤਾ ਲੱਗੇ, ਬਹੁਤਾ ਹੋੜਾ ਵੀ ਨਾ ਲੱਗੇ, ਐਸਾ ਉਹ ਵਾਹਿਗੁਰੂ ਸੱਜਣ ਹੈ। ਇਸੇ ਪ੍ਰਕਾਰ ਸਾਜਨੜਾ ਮੇਰਾ ਸਾਜਨੜਾ। ਉਹ ਵਾਹਿਗੁਰੂ ਸਾਡਾ ਬਾਲਕ ਅਵਸਥਾ ਵਿੱਚ ਵੀ ਸੱਜਣ ਸੀਗਾ। ਬਚਪਨ ਦੇ ਵਿੱਚ ਮਹਾਰਾਜ ਨੇ ਸਾਡੀ ਰੱਖਿਆ ਕੀਤੀ, ਜਨਮ ਤੋਂ ਪਹਿਲਾਂ ਵੀ ਜਨਮ ਤੋਂ ਬਾਅਦ ਵੀ। ਜਦੋਂ ਸਾਨੂੰ ਕੋਈ ਸਮਝ ਨਹੀਂ ਸੀ ਅਤੇ ਜਵਾਨੀ ਅਵਸਥਾ ਦਾ ਵੀ ਹੁਣ ਸੱਜਣ ਹੈ। ਜਿਵੇਂ ਜਿਵੇਂ ਲੋੜ ਪੈਂਦੀ ਹੈ ਤਿਵੇਂ ਤਿਵੇਂ ਸਾਰਾ ਖਾਣ ਪੀਣ ਨੂੰ, ਪਹਿਨਣ ਨੂੰ, ਭੋਗਣ ਨੂੰ, ਰਹਿਣ ਬਹਿਣ ਨੂੰ, ਇਹ ਸਾਰਾ ਪ੍ਰਬੰਧ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੈ। ਅਤੇ ਜਦੋਂ ਆਪਾਂ ਬਜ਼ੁਰਗ ਹੋਵਾਂਗੇ ਬਿਰਧ ਅਵਸਥਾ ਦੇ ਵਿੱਚ ਵੀ ਉਹੀ ਨੇੜੇ ਖਲੋਤਾ। ਨਿਕਟ ਖਲੋਇੜਾ ਮੇਰਾ ਸਾਜਨੜਾ। ਨੇੜੇ ਖਲੋਤਾ ਹੋਇਆ ਸਾਡਾ ਸੱਜਣ ਪਿਆਰਾ ਹੈ। ਜੋ ਬਜ਼ੁਰਗ ਨੂੰ ਨੌਵਾਂ ਧੀਆਂ ਪਾਣੀ ਪੁੱਛਦੀਆਂ ਨੇ, ਉਹ ਨੌਵਾਂ ਧੀਆਂ ਨਹੀਂ ਪੁੱਛਦੀਆਂ ਹਨ, ਉਹ ਵਾਹਿਗੁਰੂ ਜੀ ਪੁੱਛ ਰਿਹਾ ਹੈ। ਜੋ ਖਾਣ ਪੀਣ ਨੂੰ ਅਤੇ ਪਹਿਨਣ ਨੂੰ ਵਸਤਰ ਆਦਿਕ ਮਿਲਦੇ ਨੇ ਉਹ ਸਭ ਵਾਹਿਗੁਰੂ ਜੀ ਦੀ ਪ੍ਰੇਰਨਾ ਦਾ ਸਦਕਾ ਹੀ ਸੇਵਾ ਹੋ ਰਹੀ ਹੈ। ਜਿਸ ਬੰਦੇ ਨੇ ਕੋਈ ਪੁਰਾਣੇ ਪੁੰਨ ਕੀਤੇ ਨੇ ਪਿਛਲੇ ਜਨਮ 'ਚ, ਉਹਦੇ ਧੀਆਂ ਪੁੱਤ ਉਹਦੇ ਆਖੇ ਲੱਗਦੇ ਨੇ, ਉਹਦੀ ਸੇਵਾ ਕਰਦੇ ਹਨ। ਅਤੇ ਜਿਹਦੇ ਕਰਮ ਚੰਗੇ ਨਹੀਂ ਹਨ ਉਹ ਇਹ ਨਾ ਸਮਝੇ ਵੀ ਰੱਬ ਨੇ ਸਾਡਾ ਬੁਰਾ ਕੀਤਾ,
ਪਰਮਾਤਮਾ ਕਿਸੇ ਦਾ ਕੋਈ ਬੁਰਾ ਨਹੀਂ ਕਰਦਾ। ਆਪਦੇ ਕਰਮਾਂ ਨੂੰ ਜੇ ਭੋਗ ਲਵਾਂਗੇ ਤੇ ਮਹਾਰਾਜ ਦੇ ਭਾਣੇ 'ਤੇ ਪ੍ਰਸੰਨ ਰਹਾਂਗੇ। ਸੱਚੇ ਪਾਤਸ਼ਾਹ ਫਿਰ ਵੀ ਕਿਰਪਾ ਹੀ ਕਰਦਾ ਹੈ। ਇਸ ਲਈ ਆਪਦੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ, ਗੁਰੂ ਘਰ ਦੇ ਨਾਲ ਜੋੜੋ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਤੁਹਾਡਾ ਵੀ ਭਲਾ ਹੋਵੇ, ਤੁਹਾਡੀ ਵੀ ਸੇਵਾ ਹੋਵੇ, ਬੱਚਿਆਂ ਦਾ ਵੀ ਭਲਾ ਹੋਵੇ। ਜੇ ਚੰਗੀ ਸਿੱਖਿਆ ਨਹੀਂ ਦਿੱਤੀ ਤੇ ਫਿਰ ਔਖਾ ਹੋਏਗਾ। ਇੰਜ ਮਹਾਰਾਜ ਫਰਮਾਉਂਦੇ ਹਨ, ਸਾਜਣੜਾ ਮੇਰਾ ਸਾਜਣੜਾ। ਪਿਛਲੇ ਬੀਤ ਚੁੱਕੇ ਸਮੇਂ ਵਿੱਚ ਵੀ ਉਹ ਪਰਮੇਸ਼ਰ ਸਾਡਾ ਸੱਜਣ ਸੀਗਾ ਜਦੋਂ ਅਸੀਂ ਪੜ੍ਹਦੇ ਸੀਗੇ, ਅਤੇ ਹੁਣ ਵਰਤਮਾਨ ਸਮੇਂ ਵਿੱਚ ਵੀ, ਹੁਣ ਜਦ ਸਾਡਾ ਪਰਿਵਾਰ ਹੋ ਗਿਆ, ਹੁਣ ਵੀ ਉਹ ਸਾਡਾ ਸੱਜਣ ਹੈ। ਕਿਸੇ ਵੀ ਚੀਜ਼ ਦੀ ਲੋੜ ਹੈ ਸੋ ਅਰਦਾਸ ਵੀ ਨਹੀਂ ਕਰਨ ਦੀ ਲੋੜ। ਮਹਾਰਾਜ ਜਾਣੀ ਜਾਣ ਆਪਣੇ ਆਪ ਹੀ। ਗੋਪਾਲ ਤੇਰਾ ਆਰਤਾ, ਤੁਸੀਂ ਆਰਤਾ ਕਰੋ ਬਸ। ਰਹਿ ਰਸ ਤੋਂ ਬਾਅਦ ਆਰਤੀ ਆਰਤਾ ਜ਼ਰੂਰ ਪੜੋ, ਤਾਂ ਤੁਹਾਨੂੰ ਰੱਬ ਭੁੱਖਾ ਨਹੀਂ ਸੌਣ ਦੇਊਗਾ ਅਤੇ ਬਿਸਤਰੇ ਤੋਂ ਬਗੈਰ ਨਹੀਂ ਤੁਹਾਨੂੰ ਲੇਟਣ ਦੇਊਗਾ। ਜਿੱਥੋਂ ਮਰਜ਼ੀ ਬਿਸਤਰਾ ਲਿਆ ਕੇ ਦੇਵੇ, ਸੌਣ ਲਈ ਬਿਸਤਰਾ ਮੁਹੱਈਆ ਕਰਾਊਗਾ, ਖਾਣ ਲਈ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕਰੂਗਾ। ਜੇ ਤੁਸੀਂ ਆਰਤੀ ਨੂੰ ਕੰਪਲਸਰੀ ਬਣਾ ਲਓਗੇ। ਸੋ ਇਸ ਲਈ ਰਹਿ ਰਸ ਤੋਂ ਬਾਅਦ ਆਰਤੀ ਜ਼ਰੂਰੀ ਹੁੰਦੀ ਹੈ। ਗੋਪਾਲ ਤੇਰਾ ਆਰਤਾ, ਧੰਨੇ ਨੇ ਆਰਤਾ ਪੜ੍ਹਿਆ ਹੈ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੀ ਕਾ ਸਵਾਰਤਾ। ਹੁਣ ਵੀ ਸਾਡਾ ਸੱਜਣ ਹੈ ਜੋ ਸਾਡੇ ਹਰੇਕ ਕੰਮਾਂ ਨੂੰ ਸਵਾਰਿਆ ਹੈ। ਖਲੋਏੜਾ ਮੇਰਾ ਸਾਜਣੜਾ। ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਾਡਾ ਸੱਜਣ ਨੇੜੇ ਖਲੋਤਾ ਹੋਇਆ ਹੈ। ਇਸੇ ਪ੍ਰਕਾਰ ਸੋ ਜੈ ਜੈ ਪੇਖੋ ਤੈ ਹਜੂਰ, ਦੂਰ ਕਤਹੁ ਨ ਜਾਈ। ਰੱਬ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ। ਸਾਜਣੜਾ ਮੇਰਾ ਸਾਜਣੜਾ। ਜਨਮ ਤੋਂ ਪਹਿਲਾਂ ਜਦ ਮਾਂ ਦੇ ਵਸ ਵਿੱਚ ਵੀ ਨਹੀਂ ਸੀ, ਮਾਤਾ ਦੇ ਗਰਭ ਦੇ ਵਿੱਚ ਆਪਣਾ ਸਿਮਰਨ ਦੇ ਪ੍ਰਤ ਪਾਲਿਆ। ਉਹ ਸਗਲ ਘਟਾਂ ਮਾਲਕ, ਮਾਤ ਗਰਭ ਮੈਂ ਹੈ ਆਪਣ ਸਿਮਰਨ ਦੇ। ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਸੋ ਐਸਾ ਵਾਹਿਗੁਰੂ ਹੈ ਜੋ ਮਾਤਾ ਦੇ ਗਰਭ ਦੇ ਵਿੱਚ ਵੀ ਸਾਡਾ ਸੱਜਣ ਸੀਗਾ। ਪਤਾ ਨਹੀਂ ਕਿੰਝ ਸਾਨੂੰ ਜਿਉਂਦੇ ਰੱਖਿਆ। ਜਠਰਾ ਅਗਨੀ ਦੇ ਸੇਕ ਤੋਂ ਆਪ ਕਿਰਪਾ ਕਰਕੇ ਬਚਾਇਆ ਹੈ। ਰਕਤ ਬਿੰਦ ਕਾ ਇਹੋ ਤਨੋ ਅਗਨੀ ਪਾਸ ਪੁਰਾਣ। ਖੂਨ ਅਤੇ ਬਿੰਦ ਦਾ ਇਹ ਤਨ ਬਣਾ ਕੇ ਬਿਲਕੁਲ ਉਹ ਗੋਲੀ ਜੀ ਅੱਗ ਦੇ ਕੋਲ ਰੱਖ ਦਿੱਤੀ। ਉਹ ਵੇਖੋ ਅੱਗ ਨੇ ਸਾੜੀ ਨਹੀਂ, ਅਤੇ ਕਿਆ ਸੋਹਣੇ ਅੰਗ ਪ੍ਰਤੰਗ ਬਣਾ ਕੇ ਬੱਚੇ ਨੂੰ ਜੀਵਤ ਰੱਖਿਆ ਹੈ। ਜਿਸ ਤਰ੍ਹਾਂ ਆਵੇ ਵਿੱਚ ਇੱਟਾਂ ਪੱਕਦੀਆਂ, ਇਉਂ ਸਰੀਰ ਪੱਕਦਾ ਸਹੀ ਹੈ। ਅਤੇ ਪਰ ਉਹ ਸੇਕ, ਆ ਵੇਖੋ ਹੁਣ ਦਰਵਾਜ਼ਾ ਖੁੱਲ੍ਹਿਆ, ਕਿਆ ਸੋਹਣੀ ਹਵਾ ਆ ਰਹੀ ਹੈ। ਹੁਮ ਸੁਮ ਹੋਵੇ ਦਿਲ ਘੁੱਟੇਗਾ ਜਿਸ ਤਰ੍ਹਾਂ ਜਾਨ ਨਿਕਲਦੀ ਹੈ। ਅਤੇ ਬੱਚਾ ਵੇਖੋ ਕਿਸ ਮਾਹੌਲ ਦੇ ਵਿੱਚ ਰਹਿੰਦਾ ਹੋਏਗਾ, ਜਿੱਥੇ ਕਿੰਨਾ ਸੇਕ ਹੈ ਕਿ ਉਹਦਾ ਦਮ ਨਹੀਂ ਘੁੱਟਦਾ, ਕਿ ਉਹ ਚੜ੍ਹਾਈ ਨਹੀਂ ਕਰਦਾ। ਖਬਰਿਆ ਰੱਬ ਦੀ ਕੈਸੀ ਕੁਦਰਤ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭ ਭਾਵੈ ਤਾਂ ਹਰ ਗੁਣ ਪਾਖੈ। ਉਹੀ ਵਾਹਿਗੁਰੂ ਮਾਤਾ ਦੇ ਗਰਭ ਦਾ ਸੱਜਣ ਸੀ। ਬਾਲਕ ਅਵਸਥਾ ਨੂੰ ਤੋਂ ਲੈ ਕੇ ਹੁਣ ਜਵਾਨੀ ਤੱਕ ਵੀ ਉਹੀ ਸਾਡਾ ਪਿਆਰਾ ਸੱਜਣ ਰਿਹਾ ਹੈ। ਨਿਕਟ ਖਲੋਏੜਾ ਮੇਰਾ ਸਾਜਣੜਾ। ਅਤੇ ਬਜ਼ੁਰਗ ਅਵਸਥਾ ਵਿੱਚ ਵੀ ਸਾਡਾ ਸੱਜਣ ਨੇੜੇ ਖਲੋਤਾ ਹੋਇਆ ਹੈ। ਇਸੇ ਪ੍ਰਕਾਰ ਸਰਬੀ ਰੰਗੀ ਰੂਪੀ ਤੂੰ ਹੈ, ਤਿਸ ਬਖਸ਼ੇ
जिस नदर करे। साजनड़ा मेरा साजनड़ा। सा ओ सज्जन प्रभु साडे ताई जन्नड़ा पैदा करने वाला है। जा तिस भाना ता जम्मिया प्रभु तो बगैर जन्म नहीं हो सकता। इसलिए जद भी जन्मदिन होवे तां किते पैलस विच जां सिनेमे च जां गली बाजार जां किते पार्क दे विच ना मनाओ, सीधा गुरु घर आओ ते कड़ा प्रशादी देग महाराज दी हजूरी विच हाज़र करो या कोई मिठा प्रशाद लैके आओ ते गुरु साहिब दी हजूरी विच पाठ सुनो, कथा कीर्तन सुनो। कनेडा अमरीका इंग्लैंड में वेखिया कि संगतां इन्ना प्रेम करदियां ने। इत्थे तां केवल मुंडियां दे जन्मदिन ही मनाउंदे ने ते उन्हां दी सोच है, कहंदे बच्चियां भी कहंदियां भी साडा क्यों नहीं जन्मदिन मनाउंदे। उन्हां की करना आके दफ्तर वालियां नूं कहना साडे बच्चे दा जन्म दिन आ, जिन्हां कीर्तन करना जिन्हां दी ड्यूटी है आ $30 उन्हां दे, जिन्हां कथा करनी है $30 उन्हां दे, जिन्हां ढाडी वारा गाउणी है $50 उन्हां दे, आ इन्ने लंगर दे, आ पाठ रहरास वाले दे, आ अरदास वाले दे। इहो सारियां नूं ते भेटा अदक दे के फिर महाराज दे चरनां च अरदास कराउणी, पर्ची आउणी भी फलाने बच्चे का जन्म दिन है, फलानी बच्ची का है। सानू कथा करनी पैनी, कथा लड़ीवार चलती होनी तो बच्चे का नाम लैना पैना, बच्चे का जन्मदिन मनाया गया। थोड़े ची सारी संगत दे विच जे कल्ले बंदे ने इन्ने बंदे इकट्ठे करने हो, पार्टी करनी होवे कितना खर्चा, नाले न्याणे खुश ते नाले गुरुद्वारे की खुशी। सो बच्चे की अरदास हुई है सारी संगत दे विच, बच्चे का मन खुश, नाले गुरु साहब का आशीर्वाद इं कितना चंगा होवे। जे सानू रब ने खुशी दिती है किसी धी पुत का विआह, विआह भी उत्थे ही विआह वाले दिन लंगर लंगर च ही छकना पऊगा, टेबल टूबल कोई नहीं। साडे पुट्ठे काम शुरू हो गए, बेसमेंटां च गुरुद्वारे भी टेबल लगन लग पे ते पैलसां दे वांग ही सारा हिसाब किताब बन गया। गुरुद्वारे च लंगर पंगत च बह के छकना चाहिए, भावें विआह है ते भावें मरग है। गुरुद्वारे के अंदर टेबल कुर्सियां का मतलब नहीं होना चाहिए, क्योंकि गुरुद्वारा है, ये कोई पैलेस थोड़ो आ, फार्म हाउस थोड़ो आ। तो इस वास्ते गुरु महाराज साहब के चरणों के विच आके आपकी खुशी साझी करिए, जिस करके महाराज की कृपा होवे, क्योंकि उन्हें सानू पैदा किया है तो वो परमेश्वर सारे संसार नू जनड़ा साजन वाला पैदा करने वाला है। निकट खलोएड़ा मेरा साजनड़ा। हर वक्त साखी रूप होके साढ़े अंतःकरण के पास ही खलोएड़ा स्थित है, क्योंकि सा वो साडा परमेश्वर जनड़ा गुरां द्वारा ज्ञान की प्राप्ति करके जनड़ा जानिया जाता, या जानने योग परमेश्वर गुरां द्वारा ही जानिया जाता है। भाई रे गुर बिन ज्ञान न होए, पूछो ब्रह्मे नारद है, वेद व्यास है कोय। वो परमात्मा जानड़ा घट घट की अंतर की जानत, भले बुरे की पीर पछाणत। दिलां दिलां दियां घड़ा घड़ा दियां गल्लां नूं जानन वाला है। इसे प्रकार साजनड़ा मेरा साजनड़ा। वो परमेश्वर साडा प्यारा सज्जन है। एक मित्र हुंदा, एक प्यारा मित्र हुंदा, बेस्ट फ्रेंड जिन्हों कहते हैं, वो साडा पक्का मित्र है, बड़ा प्यारा सज्जन है।
ਅਤੇ ਸਾਡੇ ਤਾਈਂ ਸਾਜਨੜਾ ਉਹੀ ਪੈਦਾ ਕਰਨੇ ਵਾਲਾ ਹੈ। ਨਿਕਟ ਖਲੋਏੜਾ ਮੇਰਾ ਸਾਜਨੜਾ, ਉਹ ਸਾਡਾ ਸੱਜਣ ਅੰਦਰ ਦੀ ਜਾਣਨ ਵਾਲਾ ਅਤਿਅੰਤ ਆ ਨਾਲ ਹੀ ਖੜਾ ਹੋਇਆ ਹੈ, ਸਾਹ ਰਗ ਤੋਂ ਵੀ ਨੇੜੇ ਹੈ। ਨੀਰੈ ਨਾ ਹੀ ਦੂਰ, ਨਿਜਾਤ ਮੈਂ ਰਹਿਆ ਭਰਪੂਰ। ਭਗਤ ਨਾਮਦੇਵ ਜੀ ਦਾ ਬਚਨ ਹੈ, ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਰਹਾਉ। ਏਕਲ ਮਾਟੀ ਕੁੰਜਰ ਚੀਟੀ, ਭਾਜਣ ਹੈ ਬਹੁ ਨਰ ਨਾਰੇ। ਅਸਥਾਵਰ ਜੰਗਮ ਕੀਟ ਪਤੰਗਮ, ਘਟ ਘਟ ਰਾਮ ਸਮਾਨਾ ਰੇ। ਏਕਲ ਚੰਤਾ ਰਾਖ ਅਨੰਤਾ, ਔਰ ਤਜੋ ਸਭ ਆਸਾ ਰੇ। ਪ੍ਰਣਵੈ ਨਾਮਾ ਭਏ ਨੇ ਕਾਮਾ, ਕੋ ਠਾਕੁਰ ਕੋ ਦਾਸਾ ਰੇ। ਉਹ ਨੇੜੇ ਹੈ। ਕਈ ਕਹਿੰਦੇ ਨੇ ਕਿ ਰੱਬ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਅੱਖਾਂ ਨਾਲ ਵੇਖਿਆ ਨਹੀਂ ਜਾ ਸਕਦਾ। ਵੈਸੇ ਵੱਖੋ ਵੱਖਰਾ ਪ੍ਰਕਰਨ ਹੈ। ਹਵਾ ਆ ਰਹੀ ਹੈ, ਹਵਾ ਦੇਖਦੀ ਨਹੀਂ, ਪਰ ਠੰਡੀ ਠੰਡੀ ਹਵਾ ਮਹਿਸੂਸ ਹੋ ਰਹੀ ਹੈ। ਬੜਾ ਸੋਹਣਾ ਮੌਸਮ ਹੈ। ਇੰਜ ਇਹ ਵੀ ਪ੍ਰਕਰਨ ਗੁਰੂ ਸਾਹਿਬ ਨੇ ਰੱਖਿਆ ਹੈ ਕਿ ਤੂੰ ਹਿਰਦੈ ਗੁਪਤ ਵਸੈ ਦਿਨ ਰਾਤੀ, ਤੇਰਾ ਪਾਉ ਨਾ ਬੁਝੈ ਗਵਾਰੀ। ਬੇਸਮਝ ਲੋਕ ਇਸ ਗੱਲ ਨੂੰ ਮਹਿਸੂਸ ਨਹੀਂ ਕਰਦੇ। ਉਹ ਕਹਿੰਦੇ ਆਖੇ ਜੀ ਰੱਬ ਹੈ ਹੀ ਨਹੀਂ, ਪਰ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਦੁੱਧ ਵਿੱਚ ਕਦ ਘਿਓ ਦਿਖਦਾ ਹੈ। ਘਿਓ ਦਿਖਦਾ ਥੋੜ੍ਹੀ ਹੈ, ਪਰ ਇਹ ਨਹੀਂ ਵੀ ਦੁੱਧ ਵਿੱਚ ਘਿਓ ਹੈ ਹੀ ਨਹੀਂ। ਲੋਕ ਤਾਂ ਸਪਰੇਟੇ ਨੂੰ ਵੀ ਜਮਾ ਕੇ ਉਹ 'ਚੋਂ ਵੀ ਘਿਓ ਕੱਢ ਲੈਂਦੇ ਨੇ। ਤੇ ਇਸ ਵਾਸਤੇ ਉਹ ਪਰਮਾਤਮਾ ਜਿਹੜਾ ਹੈ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਕਹਿ ਰਵਿਦਾਸ ਹਾਥ ਪੈ ਨੀਰੈ, ਸਹਿਜੇ ਹੋਏ ਸੋ ਹੋਈ। ਹੱਥ ਤੋਂ ਵੀ ਸਾਹ ਰਗ ਤੋਂ ਵੀ ਨੇੜੇ ਹੈ। ਨਾਮਦੇਵ ਜੀ ਕਹਿੰਦੇ ਨੇ ਤੁਸੀਂ ਦੱਸੋ ਕਿਹੜਾ ਕਹਿੰਦਾ ਰੱਬ ਨਹੀਂ ਦਿਖਦਾ। ਮੈਨੂੰ ਤਾਂ ਮਹਾਰਾਜ ਮਿਲਿਆ ਹੈ 72 ਵਾਰ। ਭਗਤ ਮਾਲ ਗ੍ਰੰਥ ਵਿੱਚ ਲਿਖਿਆ ਹੈ ਕਿ ਭਗਤ ਨਾਮਦੇਵ ਜੀ ਨੂੰ 72 ਵਾਰ ਵਾਹਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋਏ। 72 ਵਾਰ। ਬਾਣੀ ਦਾ ਤਾਂ ਇਹ ਫੈਸਲਾ ਹੈ ਕਿ ਨਾਮਦੇਵ ਹਰ ਜੀਓ ਬਸੈ ਸੰਗ। ਧੰਨੇ ਨੂੰ ਵੀ ਵੇਖੋ ਮਿਲਿਆ, ਉਹਦੀਆਂ ਗਾਵਾਂ ਚਾਰੀਆਂ, ਉਹਦਾ ਖੂਹ ਗੇੜਿਆ, ਪੈਲੀਆਂ ਨੂੰ ਪਾਣੀ ਲਾਇਆ, ਗੋਡੀ ਕੀਤੀ, ਸਾਰੇ ਕੰਮ ਵੀ ਕੀਤੇ। ਇਹ ਉਹ ਸੰਤਾਂ ਭਗਤਾਂ ਨੂੰ ਦਰਸ਼ਨ ਦਿੰਦਾ ਹੈ। ਬਾਣੀ ਦਾ ਫੈਸਲਾ ਹੈ ਕਿ ਜਿੰਨਾ ਚਿਰ ਕਿਸੇ ਨੂੰ ਆਪਾਂ ਜਾਣਦੇ ਨਹੀਂ ਜਾਂ ਕਿਸੇ ਨੂੰ ਵੇਖਿਆ ਨਹੀਂ, ਉਹਦੇ ਬਾਰੇ ਕਹਾਂਗੇ ਕਿ ਤੁਸੀਂ ਦੱਸੋ। ਆਪਾਂ ਇੱਕ ਦੂਜੇ ਬਾਰੇ ਇਹ ਜਾਣਕਾਰੀ ਰੱਖਾਂਗੇ ਤਾਂ ਹੀ ਇੱਕ ਦੂਜੇ ਬਾਰੇ ਕਹਿ ਸਕਦੇ ਹਾਂ। ਜਿਸ ਬੰਦੇ ਨੂੰ ਜਾਣਦੇ ਹੀ ਨਹੀਂ, ਜਿਹਨੂੰ ਵੇਖਿਆ ਹੀ ਨਹੀਂ, ਉਹਦੀ ਸਿਫਤ ਕੀ ਕਰਾਂਗੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰੱਬ ਨੂੰ ਵੇਖਿਆ ਹੈ। ਚੜ੍ਹਿਆ ਸੋਧਣ ਧਰਤ ਲੁਕਾਈ, ਧਰਤੀ ਦੀ ਲੁਕਾਈ ਨੂੰ ਜਦ ਸੋਧਣ ਚੜ੍ਹਿਆ ਤਾਂ ਸਭ ਤੋਂ ਪਹਿਲਾਂ ਮਹਾਰਾਜ 3 ਦਿਨ ਵੇਈ ਨਦੀ ਵਿੱਚ ਪ੍ਰਵੇਸ਼ ਰਹੇ। ਔਰ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਵਿੱਚ ਹੀ ਰਹੇ। ਰੱਬ ਜੀ ਨੂੰ ਮਿਲ ਕੇ ਆਏ। ਉੱਥੇ ਮਹਾਰਾਜ ਦੇ ਕੋਲੋਂ ਮੂਲ ਮੰਤਰ ਲਿਆ, ਫਿਰ ਜਪਜੀ ਸਾਹਿਬ ਉਚਾਰ ਕੇ ਸਿਫਤ ਕੀਤੀ। ਇਹ ਗੱਲ ਇਤਿਹਾਸ ਵਿੱਚ ਦਰਜ ਹੈ।
सो पहलों पाया बाबे बख्शदार। बाबे श्री गुरु नानक देव जी ने पहलों वाहिगुरु जी की बख्शिश का दर पा लिया। पिछों दे कर घाल कमाई, ਉਹਦੇ ਤੋਂ ਪਿੱਛੋਂ ਘਾਲ ਕਮਾਈ ਕੀਤੀ। ਲੋਕ ਰੱਬ ਨੂੰ ਪਾਉਣ ਵਾਸਤੇ ਕਮਾਈ ਕਰਦੇ, ਬੰਦਗੀ ਕਰਦੇ, ਪਰ ਸਤਿਗੁਰੂ ਨਾਨਕ ਦੇਵ ਜੀ ਨੇ ਪਹਿਲੋਂ ਸੱਚਖੰਡ ਦਰਬਾਰ ਦੇ ਦਰਸ਼ਨ ਕਰ ਲਏ, ਵਾਹਿਗੁਰੂ ਜੀ ਨੂੰ ਦੇਖ ਲਿਆ, ਉਹਦੇ ਤੋਂ ਬਾਅਦ ਘਾਲ ਕਮਾਈ ਕੀਤੀ ਤਾਂ ਕਿ ਦੂਜਿਆਂ ਨੂੰ ਸਿੱਖਿਆ ਮਿਲ ਸਕੇ। ਤੋ ਇਸ ਵਾਸਤੇ ਜਬ ਦੇਖਾਂ ਤਬ ਗਾਵਾਂ, ਜਿੰਨਾ ਚਿਰ ਵੇਖਿਆ ਨਹੀਂ ਉਹਨਾਂ ਚਿਰ ਗਾਵਾਂਗੇ ਕਿ ਜਿੰਨੀ ਬਾਣੀ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗਾਈ ਹੈ, ਉਹ ਰੱਬ ਜੀ ਨੂੰ ਸਾਹਮਣੇ ਬਿਠਾ ਕੇ ਗਾਈ ਹੈ, ਵਾਹਿਗੁਰੂ ਦੀ ਸਿਫਤ ਦਰਸ਼ਨ ਕਰਦਿਆਂ ਕੀਤੀ ਹੈ। ਜਿਸ ਵਕਤ ਮਹਾਰਾਜ ਅਕਾਲ ਪੁਰਖ ਜੀ ਦੇ ਚਰਨਾਂ ਵਿੱਚ ਪਹੁੰਚੇ ਤਾਂ ਪਰਮੇਸ਼ਰ ਜੀ ਨੇ ਆਖਿਆ, ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚ ਦਰਜ ਹੈ ਕਿ ਹੇ ਗੁਰੂ ਪਰਮੇਸ਼ਰ, ਜਿਸ ਕਾਰਜ ਲਈ ਤੁਹਾਨੂੰ ਦੁਨੀਆ ਵਿੱਚ ਭੇਜਿਆ ਸੀ ਕਿ ਉਹ ਕਾਰਜ ਕਰ ਆਏ ਹੋ? ਕਹਿੰਦੇ ਜੀ ਨਹੀਂ। ਫਿਰ ਉਸ ਤਰ੍ਹਾਂ ਹੀ ਕਿਉਂ ਵਾਪਸ ਆ ਗਏ? ਕਹਿੰਦੇ ਜੀ ਸੰਸਾਰ ਦੀ ਮਰਿਆਦਾ ਹੈ, ਜਿੰਨਾ ਚਿਰ ਕੋਈ ਆਪ ਗੁਰੂ ਵਾਲਾ ਨਾ ਹੋਵੇ ਉਹਨਾਂ ਚਿਰ ਦੂਜੇ ਨੂੰ ਉਪਦੇਸ਼ ਨਹੀਂ ਦੇ ਸਕਦਾ। ਇਸ ਲਈ ਮੈਂ ਆਪ ਜੀ ਨੂੰ ਗੁਰੂ ਧਾਰਨ ਕਰਨ ਆਇਆ ਹਾਂ। ਆਪ ਜੀ ਗੁਰੂ ਬਣ ਕੇ ਜੋ ਮੈਨੂੰ ਉਪਦੇਸ਼ ਬਖਸ਼ੋਗੇ ਉਹੀ ਮੈਂ ਅੱਗੇ ਸੰਸਾਰ ਨੂੰ ਸੁਣਾਵਾਂਗਾ। ਤੋ ਵਾਹਿਗੁਰੂ ਜੀ ਨੇ ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰ ਪ੍ਰਸਾਦ, ਇੱਥੋਂ ਤੱਕ ਮਹਾਂਮੰਤਰ ਉਚਾਰਨ ਕਰਕੇ ਉਪਦੇਸ਼ ਬਖਸ਼ਿਆ। ਫਿਰ ਆਖਿਆ ਕਿ ਮੇਰੀ ਸਿਫਤ ਕਰੋ। ਤਾਂ ਬਾਬੇ ਨਾਨਕ ਨੇ ਜਪ ਉਚਾਰਿਆ, ਜਪ ਆਦਿ ਸੱਚ ਜੋਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਥੇ ਕੱਲ ਆਇਆ ਮੂਲ ਮੰਤਰ ਦਾ ਪਾਠ ਇੱਥੋਂ ਤੱਕ ਨੀਅਤ ਕੀਤਾ। ਇਹ ਜਦ ਵੀ ਜਾਪ ਜਪਣਾ ਹੈ ਤਾਂ ਇੱਥੋਂ ਤੱਕ ਗੁਰੂ ਨਾਨਕ ਸਾਹਿਬ ਦੀ ਮੋਹਰ ਤੱਕ ਜਪਣਾ ਹੈ। ਫਿਰ ਸੋਚਿਆ ਸੋਚ ਨਾ ਹੋ ਬਈ 38 ਪੌੜੀਆਂ ਸ੍ਰੀ ਜਪਜੀ ਸਾਹਿਬ ਜੀ ਦੀਆਂ ਪ੍ਰਭੂ ਦੀ ਸਿਫਤ ਵਿੱਚ ਸੱਚਖੰਡ ਦਰਬਾਰ ਅਕਾਲ ਪੁਰਖ ਦੇ ਸਨਮੁਖ ਉਚਾਰੀਆਂ। ਪਹਿਲੀ ਵਾਰ ਜਪਜੀ ਸਾਹਿਬ ਸੱਚਖੰਡ ਉਚਾਰਿਆ, ਦੂਜੀ ਵਾਰ ਸਿੱਧਾ ਨੇ ਨਾਲ ਚਰਚਾ ਕਰਦਿਆਂ ਸੁਮੇਰ ਪਰਬਤ 'ਤੇ ਉਚਾਰਿਆ, ਤੀਸਰੀ ਵਾਰ ਸ੍ਰੀ ਗੁਰੂ ਅੰਗਦ ਦੇਵ ਜੀ ਜੋ ਪਾਵਨ ਲਹਿਣਾ ਜੀ ਦੇ ਰੂਪ 'ਚ ਜਦ ਉਹਨਾਂ ਮਾਲਾ ਮੰਤਰ ਪੁੱਛਿਆ ਤਦ ਉਚਾਰਿਆ। ਇਉਂ ਸਾਧ ਸੰਗਤ ਜੀਓ, ਜਿਤਨੀ ਵੀ ਬਾਣੀ ਹੈ ਸ੍ਰੀ ਰਾਗ ਦਾ ਪਹਿਲਾ ਹੀ ਸ਼ਬਦ ਹੈ, ਮਤ ਦੇਖ ਪੂਲਾ ਵੀਸਰੈ ਤੇਰਾ ਚੇਤਨਾ ਆਵੈ ਨਾਉ। ਵਾਹਿਗੁਰੂ ਜੀ ਨੂੰ ਸੰਬੋਧਨ ਕਰ ਰਹੇ ਨੇ ਕਿ ਮਤਾ ਇਹ ਵਾਹਿਗੁਰੂ ਜੀ, ਇਹ ਕਲਯੁਗ ਵੱਲ ਵੇਖ ਕਰਕੇ ਮੈਨੂੰ ਤੇਰਾ ਨਾਮ ਹੀ ਭੁੱਲ ਜਾਂਦਾ ਹੋਵੇ, ਤੇਰਾ ਨਾਮ ਹੀ ਚੇਤੇ ਨਾ ਆਵੇ। ਇਸ ਲਈ ਕਲਯੁਗ ਦੀਆਂ ਭੇਟਾਂ ਨਹੀਂ ਚਾਹੀਦੀਆਂ, ਮੈਨੂੰ ਤਾਂ ਤੇਰਾ ਨਾਮ ਚਾਹੀਦਾ। ਤੋ ਇਸ ਲਈ ਕੌੜੀ ਕਬੀਰ ਜੀ ਓਏ ਜੋ ਦਿਸੈ ਅੰਬਰ ਤਾਰੇ ਕਿਨ ਹੋਏ ਚੀਤੇ ਚੀਤਨ ਹਾਰੇ। ਜੇ ਕੋਈ ਕਹੇ ਵੀ ਰੱਬ ਹੈ ਨਹੀਂ ਤਾਂ ਰੱਬ ਤੋਂ ਬਗੈਰ ਇੰਨੀ ਬਾਣੀ ਕਿਵੇਂ ਲਿਖੀ ਗਈ? ਤੁਸੀਂ ਦੱਸੋ। ਇਹ ਤਾਂ ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਰੱਬ ਦੇ ਦਰ ਤੋਂ ਆਈ ਹੈ। ਜੇ ਰੱਬ ਹੈ ਹੀ ਨਹੀਂ ਤਾਂ ਬਾਣੀ ਉਚਾਰੀ ਕਿਵੇਂ ਗਈ? ਕਈ ਅੱਜ ਕੱਲ੍ਹ ਦੇ ਮੂਰਖ ਵਿਦਵਾਨ ਕਹਿੰਦੇ ਅਖੇ ਜੀ ਇਹ ਤਾਂ ਦਿਮਾਗ ਦੀ ਉਪਜ ਹੈ। ਸਾਧ ਸੰਗਤ ਜੀਓ, ਇਹ ਸਾਡੇ ਵਾਂਗਰ ਆਪ ਦੀ ਸੋਚ ਦਾ ਦਿਮਾਗ ਦੀ ਉਪਜ ਕਵਿਤਾ ਨਹੀਂ ਹੈ। ਇਹ ਧੁਰ ਕੀ ਬਾਣੀ ਕਹਿੰਦੇ ਹੋ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀਓ। ਗੁਰੂਆਂ ਨੇ ਪ੍ਰਤੱਖ ਲਿਖਿਆ ਹੋਇਆ, ਹੁਣ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਅਸੀਂ ਤਾਂ ਬੋਲਣ ਵਾਲੇ ਢਾਡੀ ਹਾਂ ਭਾਈ, ਜੋ ਬੁਲਾਵੇ ਤੇ ਉਹ ਬੋਲਿਆ ਸੁਆਮੀ। ਸਾਨੂੰ ਤਾਂ ਕੋਈ ਬੋਲ ਨਹੀਂ ਆਉਂਦਾ, ਜੋ ਰੱਬ ਬੁਲਾਉਂਦਾ ਸੀ ਉਹੀ ਬੋਲਦੇ ਹਾਂ। ਅਤੇ ਇਸ ਲਈ ਜੇ ਕੋਈ ਬਹੁਤਾ ਖਹਿੜਾ ਕਰੇ ਤਾਂ ਕਬੀਰ ਜੀ ਕਹਿੰਦੇ ਜਿਹੜੇ ਉਹ ਆਕਾਸ਼ ਦੇ ਵਿੱਚ
ਤਾਰੇ ਟਪਕਦੇ ਨੇ, ਆਕਾਸ਼ ਮੈਨੂੰ ਥੰਮਾ ਗਗਨ ਰਹਾਇਆ, ਕਿੰਨੇ ਟਿਕਾਇਆ ਹੋਇਆ, ਉਹ ਤਾਰੇ ਕਿਵੇਂ ਚਮਚਮਾਉਂਦੇ ਨੇ। ਉਹ ਇਹ ਜੋ ਦਿਸੈ ਅੰਬਰ ਤਾਰੇ, ਕਿਨੋ ਇਹ ਚੀਤੇ ਚੀਤਨ ਹਾਰੇ, ਕੌਰੇ ਪੰਡਤ ਅੰਬਰ ਕਾਸਿਓ ਲਾਗਾ। ਆਕਾਸ਼ ਨੂੰ ਕਿੰਨੇ ਥੰਮਾ ਦਿੱਤਾ ਹੋਇਆ, ਇਹਦੇ ਆਸਰੇ ਲੱਗਾ। ਬੂਝੈ ਬੂਝਨ ਹਾਰ ਸੁਭਾਗਾ ਰਹਾਉ। ਇਸ ਗੱਲ ਨੂੰ ਭਾਗਾਂ ਵਾਲਾ ਕੋਈ ਸਮਝਦਾ। ਸੂਰਜ ਚੰਦ ਕਰੇ ਉਜਿਆਰਾ, ਸੂਰਜ ਵਿੱਚ ਕਿੰਨੇ ਮਿੱਟੀ ਦਾ ਤੇਲ ਪਾਇਆ, ਦੀਵਾ ਮਿੱਟੀ ਦੇ ਤੇਲ ਨਾਲ ਜਗਦਾ, ਜਾਂ ਸਰੋਂ ਦਾ ਤੇਲ ਜਾਂ ਘਿਓ ਦੇ ਨਾਲ ਜੋਤ ਜਗਦੀ ਹੈ, ਉਹਦੇ ਵਿੱਚ ਕਿੰਨੇ ਪੈਟਰੋਲ ਪਾਇਆ ਜਾਂ ਕਿੰਨੇ ਉਹਨੂੰ ਲਾਈਟ ਬਿਜਲੀ ਦਿੱਤੀ ਹੋਈ। ਉਹ ਕਿਉਂ ਚਮਕਾਰੇ ਮਾਰੇ ਹੈ, ਚੰਦਰਮਾ ਕਿਵੇਂ ਚਮਕਦਾ ਹੈ, ਤੁਸੀਂ ਦੱਸੋ। ਉਹ ਵਾਹਿਗੁਰੂ ਜੀ ਦਾ ਹੀ ਚਾਨਣ, ਸਾਹਮਣੇ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਾਹਮਣੇ ਚਾਨਣ ਹੋਏ। ਇਉਂ ਸੂਰਜ ਚੰਦ ਕਰੇ ਉਜਿਆਰਾ, ਸਾਹਮਣੇ ਪਸਰਿਆ ਬ੍ਰਹਮ ਪਸਾਰਾ। ਸਭਨਾਂ ਦੇ ਵਿੱਚ ਹੀ ਬ੍ਰਹਮ ਦਾ ਪਸਾਰਾ ਪਸਰਿਆ ਹੋਇਆ। ਕਹੋ ਕਬੀਰ ਜਾਣੇਗਾ ਸੋਏ, ਪਰ ਜਾਣੇਗਾ ਉਹੀ। ਗੱਲਾਂ ਦੇ ਨਾਲ ਗਿਆਨ ਨਹੀਂ ਮਿਲਦਾ। ਕਹਿੰਦੇ ਗਿਆਨ ਨਾ ਗੱਲੀ ਢੂਡੀ ਹੈ, ਕਥਨਾ ਕਰੜਾ ਸਾਰ। ਉਹੀ ਜਾਣੇਗਾ। ਹਿਰਦੈ ਰਾਮ ਮੁਖ ਰਾਮੈ ਹੋਏ, ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਜਿਹਦੇ ਹਿਰਦੇ ਵਿੱਚ ਵੀ ਰਾਮ ਅਤੇ ਮੁਖੋਂ ਵੀ ਵਾਹਿਗੁਰੂ ਵਾਹਿਗੁਰੂ ਰਵੇਂ ਪਰਮਾਤਮਾ ਦਾ ਉਚਾਰਨ ਕਰਦਾ ਹੈ। ਇਸ ਲਈ ਜੇ ਸਾਨੂੰ ਦਿਖਦਾ ਨਹੀਂ ਹੈ ਤੇ ਜ਼ਰੂਰੀ ਨਹੀਂ ਵੀ ਪਰਮਾਤਮਾ ਹੈ ਹੀ ਨਹੀਂ, ਉਹ ਹੈ ਜ਼ਰੂਰ। ਬੁੱਲਿਆ ਰੱਬ ਤੇ ਤੋਂ ਵੱਖ ਨਹੀਂ, ਪਰ ਤੇਰੀ ਵੇਖਣ ਵਾਲੀ ਅੱਖ ਨਹੀਂ। ਇੱਕ ਵਾਰ ਇਸੇ ਹੀ ਸ਼ਬਦ ਦਾ ਕੀਰਤਨ ਕਰ ਰਹੇ ਸਨ ਭਿੰਡਰਾਂ ਵਾਲੇ ਸੰਤ, ਜਿਨ੍ਹਾਂ ਤੋਂ ਟਕਸਾਲ ਦੇ ਨਾਲ ਭਿੰਡਰਾਂ ਅੱਖਰ ਜੁੜੇ ਹੈ। ਮੋਗੇ ਜ਼ਿਲ੍ਹੇ ਦਾ ਜਗਰਾਉਂ ਦੇ ਨਜ਼ਦੀਕ ਇੱਕ ਭਿੰਡਰਾ ਕਲਾ ਪਿੰਡ ਹੈ। ਉੱਥੋਂ ਦੇ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ ਨੇ, ਜਿਨ੍ਹਾਂ ਨੇ 100-150 ਸਿੰਘ ਆਪਦੇ ਨਾਲ ਰੱਖ ਕੇ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਲਾਈ ਹੋਈ ਸੰਪਰਦਾ ਦਮਦਮੀ ਟਕਸਾਲ ਦੇ 11ਵੇਂ ਮੁਖੀ ਬਣ ਕੇ ਅਤੇ ਸਿੰਘਾਂ ਨੂੰ ਪੜ੍ਹਾਇਆ। ਆਪਦੀ ਪੈਲੀ ਦੇ ਵਿੱਚ ਨਿੱਜੀ ਜ਼ਮੀਨ ਦੇ ਵਿੱਚ ਹੀ ਗੁਰਦੁਆਰਾ ਬਣਾ ਕੇ ਸਿੰਘਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ। ਉਂਝ ਵਿਚਰ ਕੇ ਕਥਾ ਕਰਿਆ ਕਰਦੇ। ਜਦੋਂ ਵੀ ਕਿਤੇ ਵਿਹਲਾ ਸਮਾਂ ਹੁੰਦਾ ਤਾਂ ਉੱਥੇ ਭਿੰਡਰਾਂ ਵਿਖੇ ਆ ਕੇ ਬਿਰਾਜਮਾਨ ਹੁੰਦੇ ਸਨ। ਉਹ ਮਹਾਂਪੁਰਖਾਂ ਦੇ ਉੱਪਰ ਰੱਬ ਦੀ ਇੰਨੀ ਕਿਰਪਾ ਸੀਗੀ। ਉਹਨਾਂ ਦਾ ਜੀਵਨ ਗਿਆਨੀ ਵੀਰ ਸਿੰਘ ਜੀ ਮੱਦੋਕੇ ਨੇ ਲਿਖਿਆ ਅਤੇ ਮੈਂ ਛਾਪਿਆ। ਟਕਸਾਲ ਦੇ ਵਿੱਚ ਸੇਵਾ ਕਰਦੇ ਹਾਂ, ਉਹਦੇ ਵਿੱਚ ਮੈਂ ਸਾਖੀ ਪੜ੍ਹੀ ਹੈ। ਗਿਆਨੀ ਵੀਰ ਸਿੰਘ ਮੱਦੋਕੇ ਜੀ ਨੇ ਲਿਖਿਆ ਕਿ ਇੱਕ ਵਾਰ ਉੱਥੇ ਕਾਨਫਰੰਸ ਹੋਈ, ਸਾਰੇ ਮਹਾਂਪੁਰਖਾਂ ਦਾ ਸਮਾਗਮ ਜੋੜ ਮੇਲ ਹੋਇਆ, ਸੰਤ ਸਮਾਗਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਾਵਨ ਹਜ਼ੂਰੀ ਵਿੱਚ ਸਭਨਾਂ ਨੇ ਆਪੋ ਆਪਣੇ ਵਿਚਾਰ ਦਿੱਤੇ। ਉੱਥੇ ਇੱਕ ਵਿਚਾਰ ਰੱਖੀ ਗਈ ਕਿ ਕੋਈ ਗੁਰਮੁਖ ਪਿਆਰਾ ਦੱਸੇ ਕਿ ਇਹਨਾਂ ਪ੍ਰਤੱਖ ਨੇਤਰਾਂ ਦੇ ਨਾਲ ਕਿਸ ਸਿੱਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਸਤਿਗੁਰਾਂ ਦੇ ਦਰਸ਼ਨ ਕੀਤੇ ਹੋਣ। ਕੋਈ ਸਿੱਖ ਇਹੋ ਜਿਹਾ ਹੈ, ਉਹਦਾ ਨਾਮ ਦੱਸੋ। ਸਭਨਾਂ ਨੇ ਕਥਾ ਕਰਦਿਆਂ ਆਪੋ ਆਪਣੀ ਲਿਆਕਤ ਮੁਤਾਬਕ ਕਿਸੇ ਨੇ ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲਿਆ ਕਿ ਬਾਬਾ ਜੀ ਐਸੇ ਗੁਰਸਿੱਖ ਹੋਏ ਨੇ ਗੁਰੂ ਘਰ ਦੇ ਵਿੱਚ, ਜਿਨ੍ਹਾਂ ਦਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੱਥੂ ਨੰਗਲ ਹੈ। ਮੱਝਾਂ ਚਾਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਮਾਤਾ ਤੋਂ ਚੋਰੀ ਸਾਹਿਬਾਂ ਨੂੰ ਕਾੜਨੀ ਦਾ ਦੁੱਧ ਪਿਲਾਇਆ ਮਲਾਈ ਸਮੇਤ, ਅਤੇ ਸਮਝ ਲਓ ਕਿ ਗੁਰੂ ਜੀ ਨੂੰ ਖਰੀਦ ਹੀ ਲਿਆ ਅਤੇ ਮਹਾਰਾਜ ਦੇ ਹੋ ਕੇ ਰਹਿ ਗਏ। ਬੜੇ ਪਿਆਰ ਨਾਲ ਸੇਵਾ ਕੀਤੀ। ਗੁਰੂ ਘਰ ਦੇ ਵਿੱਚ
छे पातशाहियां तक रहे। ऐसी गुरु नानक साहब ने बख्शिश की। छे पातशाहियां नूं बाबा जी ने गुरता गद्दी का तिलक दिता। छेवें पातशाह ने जब पूछा कि बाबा जी आप दी अंतिम इच्छा, कहते महाराज जब मैं चढ़ाई करा तो मेरे कोल होयो। सारी उम्र गुरुद्वारे लंघ गई तो मरन लग्या भी मैनू दर्शन दिओ, तो आप दे हथी मेरा क्रिया कर, मेरी अरदास करियो जी कि श्री गुरु नानक देव जी मैनू आप दे चरनां च निवास बख्शण। महाराज कहते बाबा जी 7 बचन, असी जिथे भी होवांगे तुहाडे कोल पहुँच जावांगे। तो श्री हरगोबिंदपुर का गुरु साहिबां ने जंग संपूर्ण किया सी। उतों पता चलिया कि बाबा जी याद कर रहे ने। अंतरजामी गुरु साहब रमदास पहुँचे। उत्थे बाबा जी दे कोल सारी रात श्री गुरु नानक देव जी दियाँ साखियाँ सुनते रहे। अमृत वेले बाबा जी जपजी साहब का पाठ करके ज्योति जोत समा गए। ये आपदे हथी श्री गुरु हरगोबिंद साहब जी ने बाबा जी का इशनान करवाया। भाई विधि चंद, भाई जेठा जी, भाई प्राणा जी इत्यादि ब्राह्मण ज्ञानी गुरसिखा ने बाबा जी का अंगीठा चढ़िया तो अरदास करके संस्कार किया। फिर सब क्रिया आदि करके फिर गुरु साहब जी उतों रवाना हुए। यो बाबा बुढ़ा जी वर्गा कोई होर गुरसिख नहीं है जिन्हें आपदे नेत्रा नाल 6 पातशाहियों के दर्शन किए होण। किसी ने बाबा बुढ़न शाह जी का नाम लिया, जिन्हां दी समाध, जिन्हां दा स्थान कीरतपुर साहिब पहाड़ी के उपर है। कहते ने श्री गुरु नानक देव जी नूं उन्होंने बकरियां का दुध पेश किया। उन्हां दियां बकरियां नूं शेर चार के लियाउंदा हुंदा सी ते बंदगी करदियां तो अखां दे भरवटे एडे वध गए कि आप दियां चिमणियां अखां दे भरवटियां नूं उपर चुक के वेखदे हुंदे सन। इन्ने बजुर्ग सीगे। ते सतगुरु जी कहन लगे दुध असी 6वें जामे विच पीवांगे। तो कईयां दा विचार है कि 6वें पातशाह जी ने दुध छकिया। तो इतिहास में यह भी लिखिया है कि जद कीरतपुर नगर वसाया भाई गुरदित्ता जी को महाराज ने भेजिया सी भी बाबा बुढ़न शाह नूं दर्शन दिओ तो उन्हां दा जाके दुध छकिओ। तो बाबा गुरदित्ता जी ने बुढ़न शाह का दुध छकिया। एक पासे बाबे गुरदित्ते की समाध है, दूजे पासे बाबे बुढ़न शाह की समाध है। ਜਿਹੜੇ भी कीरतपुर साहब जाते उत्थे यात्रा करके आते ने। आप कभी किसी मुसलमान की कबर ते नहीं गए ते पर ਜਿਹੜੇ गुरु साहब के सिख श्रद्धालु होए ने बाबे बुढ़न शाह कोल भी जाईदा। मत्था भावें टेकीए ना टेकीए ते जे टेकन नूं जी करे फिर किरपान अगे रख के मत्था टेक दईदा। सिंह शहीदां दियां समाधां ते भी तां टेकी दा ही है। ते दूसरा जिहड़े गणी खां ते नबी खां जिन्हां ने आपदे मोढियां ते उन्हां दिनां दे विच गुरु गोबिंद सिंह जी की पालकी चुकी जद कि शूट करन दा हुक्म सी। पता भी अगे मौत खड़ी है। नाके दे विच दी वेखो किड्डी बहादरी दे नाल श्री गुरु गोबिंद सिंह महाराज नूं पार कीता। सिर्फ एको ही गल आखी कि महाराज इस औखे समय आप दी सेवा करनी बहुत कठिन है, पर जे तुसी साडी छोटी जी गल मान लो, साडे आखे लगो, आप जी आपदे कपड़े चेंज कर लो, सानू सेवा करनी सौखी रहूगी। नहीं तो सेवा तो उंज भी करांगे, नहीं कपड़े चेंज करने ना भी करो तो पर सानू थोड़ा जिहा कठिनाई होगी। तो किते पता चल गया सेवा च विघन पऊगा। सेवा तो असी आप दी करनी है। जे बेनती मनो भी कपड़े नीले पा लो तो केसा नूं पिछे खुला छड्ड लो। जिस तरह हाजी आप दा लिबास बनाउंदे ने
केसां नूं पिछे खुला छड्ड के उपर दी पग बन लई महाराज ने, ते नील बस्तर ले कपड़े पहरे, तुरक पठानी अमल किया। नीले बस्तर जिहड़े निहंगा ਸਿੰਘਾਂ ਦਾ बाणा गुरु घर दे विच उस वक्त तो आया जद कलगीधर महाराज ने बाणा पाया। है मुसलमानों का नीला रंग, पर गुरु गोबिंद सिंह जी ने जो पा लिया तो निहंग ਸਿੰਘਾਂ ਦਾ बाणा बनिया। तो इंज संतां साधुआं दे गुरुआं दे कपड़े चिट्टे हुंदे ने, पर गुरु साहब ने उदों लिबास पाया। इसलिए नीला बस्तर भी गुरु घर दे विच प्रवान मन्निया गया। निहंग सिंह निशान साहब नूं भी नीला, ਸਰੋਪਾ भी नीला, पग भी नीली। साडे महापुरख भी नीला दस्तारा सजाउंदे रहे। तो रहो विचार इउं साध संगत जी हो जिहड़ा माछीवाड़े गनी ते नबी खां दी समाध है, एक पासे गुरुद्वारा एक पासे समाध है। श्री अकाल तख्त साहिब का बकायदा हुक्म है भी जिथे कब्र है तो समाध है उत्थे गुरु ग्रंथ साहिब का प्रकाश नहीं करना, कोई उत्थे कथा नहीं करनी, कोई बाणी का कीर्तन नहीं होना चाहिए। पर हुण की करिए, उन्हां मुसलमानां ने साथों वध गुरु गोबिंद सिंह का साथ दिता। सिंह दा भज के कहिंदे बदावा लिख के, भावें आपां नहीं मनदे, पर फिर भी सिंह किहड़ा उत्थे नाल सीगा कोई? तुसीं दसो। गुलाबे पंजाबे ने भी महाराज नूं आख्या भी सत श्री अकाल जी। हुण मुसलमान अगे किसी का जोर थोड़ो आ। उन्हां मुसलमानां भरावां ने गनी ते नबी खां ने महाराज नूं मोढियां ते चुक्या भाई, ते पहरे तो पार कीता। सेवा करन करके हुण उत्थे गुरु ग्रंथ साहिब का प्रकाश कीता होया सानूं जाना पैंदा। उत्थे कब्र भी है, समाध भी उन्हां दी। हुण की करिए? मत्था भावें टेकीए ना टेकीए, परिक्रमा जरूर करी दियां, दर्शन जरूर करी दे। तो इसलिए जिन्हां ਸਿੰਘਾਂ शहीदां ने महाराज तो जिंदली वारी उत्थे भी हुण महाराज का प्रकाश है, क्योंकि उन्हें गुरु ग्रंथ साहिब के सत्कार हेत आपकी जान दी है। आपां सत्कार ही करना ना महाराज का। कब्र ते समाध ते गुरु ग्रंथ साहिब का प्रकाश क्यों नहीं करना भी गुरु जी का सत्कार च फर्क पैंदा। पर जिन्हां लोगों ने आपका खून डोलता महाराज के सत्कार लई, उन्हां दा स्थान तो पवित्र ही है, वो महाराज तो वखरे थोड़ो ने। जिन्हां गुरु गोबिंद सिंह की जान बचाई, वेखो भावें महाराज रब सीगे पर दुनियावी तरीके नाल साखी तो बनी हुई है। कहते भी साडे तो पीर हैं, उच्च दे पीर हैं जी, तुसीं कौन हुंदे हो इन्हां नूं बुलाउण वाले? ये नहीं बोलते अगे जी साडा शगो कहते ये नहीं खाते, ये तो एक जौ खाते ने, इन्हां दा रोजा है। वेखो किड्डी वड्डी बहादरी दे नाल गुरु साहब नूं उत्थे रात भी रखिया। उन्हें पहचान ही नहीं पाए जिन्हां दा इन्ना लाम लक्ष्कर घाण कीता। तो इस वास्ते मैं विचार कर रहा सी भी भागां वालियां रूहां किहड़ियां ने। एक बाबा बुढ़ा साहब जिन्हें 6 पातशाहियां तक दर्शन किए, गुरता गद्दी का तिलक दिता। तो दूसरे भाई बाबा बुढ़न शाह जी फकीर जिन्हें श्री गुरु नानक देव जी के भी दर्शन किए, तो 6वें पातशाह के भी दर्शन किए। डॉक्टर भाई साहब भाई वीर सिंह साहब ने यह भी लिखिया है, कहते वो 10वें पातशाह तक भी रहे। उन्हें गुरु गोबिंद सिंह के भी दर्शन किए सन। तो क्योंकि बहुता समा नहीं जोड़े इन्ने समझते बैठे सन, तो वैसे आम कॉमन जिहा ये बचन है भी 6वें पातशाह तक उन्होंने शरीर रहा। पर भाई वीर सिंह की खोज 10वें पातशाह तक है। ये सारे संतां ने विचार दिते। तो जिस वक्त भिंडरां वाले संतां की वारी आई, संत बाबा सुंदर सिंह जी नूं पुछदे, तुसीं दसो बाबा जी तुहाडे की विचार ने? कहंदे गुरमुख प्यारिओ, मेरी तो यह भावना, मेरी ये शरधा गुरुद्वारे ते महापुरख जद भी कथा करते श्री गुरु ग्रंथ साहिब की हजूरी में बैठ के करते। कहते जद मैं मंगल करके श्री गुरु ग्रंथ साहिब जी तो रुमाला उतारदा तो मैनू श्री गुरु ग्रंथ साहिब के विचों ही 10 पातशाहियां की झलक पैंदी है। गज के आखो सतनाम श्री वाहिगुरू। मतलब इन्नी शरधा साडी गुरु ग्रंथ साहिब ते होनी चाहिए कि श्री गुरु ग्रंथ साहिब जी प्रगट गुरां की देह ने ते 10 पातशाहियां का स्वरूप ने। संत जी महाराज कहते मैनू 10 पातशाहियां विचों दिखदियां ने। इन्नी भावना गुरसिख की होनी चाहिए है कि कोई पखंडी साध भी बैठा होवे
ਕੋਈ ਪਖੰਡੀ ਗੁਰੂ ਵੀ ਬੈਠਾ ਹੋਵੇ ਅਤੇ ਸਾਨੂੰ ਕੁਝ ਵੀ ਨਾ ਦਿਖੇ। ਜਿਵੇਂ ਜਿਹੜੀ ਪਾਤਵਰਤਾ ਧਰਮ 'ਚ ਪ੍ਰਪੱਕ ਇਸਤਰੀ ਹੁੰਦੀ ਹੈ, ਧਰਮੀ ਇਸਤਰੀ, ਉਹ ਆਪਦੇ ਪਤੀ ਦੇ ਹੀ ਦਰਸ਼ਨ ਕਰਦੀ ਹੈ, ਬਾਕੀ ਸਭ ਉਹਦੇ ਭਾਣੇ ਇਸਤਰੀਆਂ ਹਨ। ਇਉਂ ਸਾਧੂ ਸੰਤ ਦੇ ਵਿੱਚੋਂ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰੀਏ। ਇਉਂ ਜਾਪੇ ਵੀ ਸੰਤ ਨਹੀਂ ਬੈਠਾ ਹੋਇਆ। ਜੇ ਕੋਈ ਮੱਥੇ ਟਿਕਾ ਰਿਹਾ ਅਤੇ ਮੱਥਾ ਕੋਈ ਟੇਕ ਰਿਹਾ ਅਤੇ ਆਪ ਵੀ 50-100 ਰੁਪਈਏ ਰੱਖ ਕੇ ਮੱਥਾ ਟੇਕੀਏ ਅਤੇ ਧਿਆਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੋਏਗਾ। ਜੀ ਕੋ ਸਤਨਾਮ ਸ੍ਰੀ। ਕੋਈ ਵੀ ਸਾਧੂ ਸੰਤ ਉਹਨੇ ਬਾਣੀ ਪੜ੍ਹੀ ਹੈ, ਨਾਮ ਜਪਿਆ, ਵੀ ਆਪਾਂ ਤਾਂ ਮਹਾਰਾਜ ਨੂੰ ਮੱਥਾ ਟੇਕ ਰਹੇ ਹਾਂ, ਜਾਂ ਪ੍ਰਤੱਖ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਦਿਖੇ ਨਾ, ਮਹਾਰਾਜ ਹੀ ਵੇਖੇ। ਸੋ ਦਰਸ਼ਨ ਦੇਖ ਜੀ ਮੈਂ ਗੁਰ ਤੇਰਾ, ਸੰਗਤ ਦੇ ਵਿੱਚੋਂ ਗੁਰੂ ਸਾਹਿਬ ਜੀ ਲੱਭਣ। ਇਸ ਤਰ੍ਹਾਂ ਦੀ ਭਾਵਨਾ ਹੋਣੀ ਚਾਹੀਦੀ ਹੈ। ਜੇ ਇਸ ਤਰ੍ਹਾਂ ਦੀ ਅਵਸਥਾ ਨਾ ਬਣੇ ਤਾਂ ਜਿੰਨਾ ਚਿਰ ਅਵਸਥਾ ਨਾ ਬਣੇ ਉਨਾ ਚਿਰ ਗੁਰੂ ਗ੍ਰੰਥ ਸਾਹਿਬ ਨੂੰ ਰੋਜ਼ ਵੇਖੇ ਆ ਗਏ, ਡੇਲੀ ਵੇਖੇ। ਜਿੰਨਾ ਸਮਾਂ ਮਹਾਰਾਜ ਦੇਵੇ ਉਹ ਵੱਧ ਤੋਂ ਵੱਧ ਸਮਾਂ ਲਾਏ ਮਹਾਰਾਜ ਦੀ ਹਜ਼ੂਰੀ 'ਚ। ਅਤੇ ਜਿੱਥੇ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਲਿਖਿਆ, ਜਦੋਂ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪੇ, ਅੱਖਰਾਂ ਦਾ ਧਿਆਨ ਧਾਰੇ, ਅੱਖਰਾਂ 'ਚ ਚਿੱਤ ਬਿਰਤੀ ਟਿਕ ਜਾਏ ਤਾਂ ਅਰਥਾਂ 'ਚ ਜਾਏ। ਜਿੱਧਰ ਵੀ ਵੇਖੇ ਅੱਖਰ ਦੇਖਣ ਜਗਦੇ ਹੋਏ ਚਾਰ ਸਪੇਰੇ, ਜਿਸ ਤਰ੍ਹਾਂ ਰੋਸ਼ਨੀ, ਇਹ ਮਹਾਰਾਜ ਦੀ ਬਾਣੀ ਦੇ ਦਰਸ਼ਨ ਹੋਣ ਚਾਰ ਸਪੇਰੇ। ਅਤੇ ਜੋ ਸੁਣੇ ਜੋ ਬੋਲਤ ਹੈ ਮ੍ਰਿਗ ਮੀਨ ਪੰਖੀ ਨੂੰ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਸੁੱਤੇ ਪਿਆ ਵੀ ਬਾਣੀ ਪੜ੍ਹਦੇ ਰਹਿੰਦੇ। ਇੱਕ ਵਾਰ ਉੱਠਦਿਆਂ ਸਾਰ ਕਹਿਣ ਲੱਗੇ, ਕਹਿੰਦੇ ਇੱਧਰ ਆਓ ਓਏ, ਕਹਿੰਦੇ ਦੱਸੋ, ਕਹਿੰਦੇ ਆ ਕੰਧਾਂ 'ਤੇ ਪਾਠ ਕਿੰਨੇ ਲਿਖਿਆ ਹੋਇਆ ਹੈ, ਮੂਰਖ ਨਾ ਹੋਣ। ਕਈ ਵਿਆਹ ਵਾਲਾ ਕਾਰਡਾਂ 'ਤੇ ਓਂਕਾਰ ਸਤਿਗੁਰ ਪ੍ਰਸਾਦ ਲਿਖ ਦਿੰਦੇ। ਹੁਣ ਸਾਨੂੰ ਤਾਂ ਪਤਾ, ਆਪਾਂ ਤਾਂ ਆ ਕੇ ਗੁਰਦੁਆਰੇ ਦੀ ਅਗਨੀ ਭੇਟ ਕਰ ਦਈਦਾ ਕਿਸੇ ਵੀ ਵਿਆਹ ਦੇ ਕਾਰਡ 'ਤੇ। ਪਰ ਆਮ ਲੋਕ ਉਹ ਕਈ ਵਾਰ ਹੇਠਾਂ ਪੁੰਜੇ ਡਿੱਗ ਪੈਂਦਾ ਪੱਖੇ ਦੇ ਨਾਲ, ਜਾਂ ਵੈਸੇ ਵੀ ਬੱਚੇ ਖਿਆਲ ਨਹੀਂ ਰੱਖਦੇ। ਤੋ ਇਸ ਲਈ ਬਾਣੀ ਦੀ ਬੇਅਦਬੀ ਹੁੰਦੀ ਹੈ। ਅਖਬਾਰਾਂ ਦੇ ਵਿੱਚ ਵੀ ਧਰਮ ਸਪਲੀਮੈਂਟ ਆਦਿਕ ਸ਼ਬਦ ਹੈ, ਉਹ 'ਚ ਵੀ ਬਾਣੀ ਦੀ ਪੰਗਤੀ। ਤੋ ਇੰਝ ਅਕਾਲ ਤਖਤ ਦਾ ਹੁਕਮ ਹੋਣਾ ਚਾਹੀਦਾ। ਸ਼ਾਇਦ ਹੁਕਮਨਾਮਾ ਕੱਢਿਆ ਵੀ ਹੈ ਕਈਆਂ ਨੇ ਰੁਮਾਲਿਆਂ ਦੇ, ਉਹ ਰੁਮਾਲਿਆਂ ਦਾ ਤਾਂ ਹੁਕਮਨਾਮਾ ਕੱਢਿਆ, ਹੁਣ ਤਾਂ ਉਹ ਹਟ ਗਏ ਨੇ ਵੀ ਰੁਮਾਲਾ ਤਾਂ ਪਾਈਦਾ ਬਾਣੀ ਦੇ ਉੱਪਰ, ਅਤੇ ਜੇ ਰੁਮਾਲਿਆਂ ਦੇ ਉੱਤੇ ਫਿਰ ਬਾਣੀ ਲਿਖ ਦੇਣੀ, ਫਿਰ ਉਹ ਕਾਹਦਾ ਸਤਿਕਾਰ ਹੋਇਆ, ਮਿੱਟੀ ਘੱਟਾ ਲੱਗਦਾ ਹੈ। ਇਸ ਲਈ ਆਪਦੀਆਂ ਗੱਡੀਆਂ 'ਤੇ ਵੀ ਮੈਂ ਕਈਆਂ ਕਾਰਾਂ 'ਤੇ ਲਿਖਿਆ ਵੇਖਿਆ, ਨਿਰਭਉ ਨਿਰਵੈਰ, ਉਹ ਮਗਰਲੇ ਪਾਸੇ ਲਿਖਿਆ ਹੁੰਦਾ, ਅਤੇ ਅਗਲੇ ਪਾਸੇ ਵੀ ਲਿਖਿਆ ਹੋਵੇ ਉੱਥੇ ਵੀ ਚਿੱਕੜ ਚੁੱਕੜ ਘੱਟਾ ਮਿੱਟੀ ਪੈਂਦਾ। ਬਾਣੀ ਦੀ ਭਗਤੀ ਨਹੀਂ ਲਿਖਣੀ। ਮੈਂ ਖੰਡਾ, ਜੇ ਕੋਈ ਮੈਨੂੰ ਪੁੱਛੇ ਤਾਂ ਮੈਂ ਕਹਿੰਦਾ ਵੀ ਖੰਡਾ ਭਗਵਾ ਲਓ, ਉਹ 'ਚ ਕਿਰਪਾਨਾ ਖੰਡੇ ਮਹਾਰਾਜ ਦਾ ਨਾਂ ਹੀ ਲੈਣਾ, ਜਾਂ ਦੇਖ ਦੇਖ ਫਤਿਹ ਲਿਖ ਦਿਓ। ਪਰ ਬਾਣੀ ਦੀ ਪੰਗਤੀ ਦਾ ਸਤਿਕਾਰ ਹੋਣਾ ਚਾਹੀਦਾ। ਮਹਾਂਪੁਰਖ ਕਹਿਣ ਲੱਗੇ ਵੀ ਕੰਧਾਂ 'ਤੇ ਬਾਣੀ ਕਿੰਨੇ ਲਿਖੀ ਹੋਈ ਹੈ, ਤੁਹਾਨੂੰ ਪਤਾ ਨਹੀਂ ਵੀ ਬਾਣੀ ਦਾ ਸਤਿਕਾਰ ਕਿਵੇਂ। ਸਿੰਘ ਵਿਚਾਰੇ ਹੈਰਾਨ, ਅਤੇ ਕਹਿੰਦੇ ਜੀ ਕਿੱਥੇ, ਕਹਿੰਦੇ ਆਓ ਵੇਖੋ ਜਪਜੀ ਸਾਹਿਬ ਦਾ ਪਾਠ ਲਿਖਿਆ ਹੋਇਆ। ਚਾਰ ਸਪੇਰੇ ਉਹਨਾਂ ਦਿਖਾਇਆ, ਕਹਿੰਦੇ ਸਾਨੂੰ ਤਾਂ ਦਿਖਦਾ ਨਹੀਂ ਜੀ। 5-10 ਮਿੰਟ ਝਿੜਕਾਂ ਦੇ ਕੇ ਗੁੱਸੇ 'ਚ ਆ ਕੇ ਜਦ ਸਿੰਘ ਕਹਿਣ ਲੱਗੇ ਵੀ ਬਾਬਾ ਜੀ ਵੀ ਮਾਫ਼ ਕਰੋ, ਵੀ ਬਾਣੀ ਦੀ ਪੰਗਤੀ ਤਾਂ ਕਿਤੇ ਲੱਭਦੀ ਨਹੀਂ ਹੈ ਜੀ। ਉਹਨਾਂ ਨੂੰ ਫਿਰ ਮਹਿਸੂਸ ਹੋਇਆ, ਕਹਿੰਦੇ ਉਹ ਮੈਨੂੰ ਭੁਲੇਖਾ ਲੱਗ ਗਿਆ। ਮਤਲਬ ਉਹਨਾਂ ਨੂੰ ਬਾਣੀ ਦੇ ਹੀ ਦਰਸ਼ਨ ਹੁੰਦੇ ਸਨ। ਇਸ ਵਾਸਤੇ ਜਿਹਦੇ ਵਿੱਚ ਧਿਆਨ ਜੁੜਿਆ ਹੋਵੇ ਉਹਦੇ ਹੀ ਦਰਸ਼ਨ ਹੁੰਦੇ ਨੇ। ਜੇ ਰੱਬ ਦਾ ਨਾਮ ਜਪੋਗੇ ਤਾਂ ਰੱਬ ਦੇ ਹੀ ਦਰਸ਼ਨ ਹੋਣਗੇ। ਜੇ ਆਪਾਂ ਨਿੰਦਿਆ ਕਰਨੀ, ਚੁਗਲੀ ਕਰਨੀ, ਅਗਲੇ ਦੇ ਔਗਣੇ ਵਿਕਾਰ ਹੀ ਵੇਖਣੇ ਨੇ, ਫਿਰ ਉਹੋ ਜਿਹੇ ਬੰਦੇ ਸਾਨੂੰ ਮਿਲਦੇ ਨੇ। ਜਿਸ ਤਰ੍ਹਾਂ ਦਾ ਆਪਦਾ ਮਨ ਹੋਵੇ ਉਸੇ ਤਰ੍ਹਾਂ ਦਾ ਹੀ ਜਗਤ ਦਿਖਦਾ ਹੈ। ਕਹਿੰਦੇ ਨੇ ਕਿ ਸੁਖੀਏ ਕੋ ਪੇਖਿਆ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ। ਜੇ ਮੈਂ ਆਪ ਰੋਗੀ ਤੁਸੀਂ ਵੀ ਰੋਗੀ ਜਾਪੋਗੇ, ਜੇ ਮੈਂ ਆਪ ਸੁਖੀ ਹਾਂ ਮੈਂ ਵੀ ਮਹਿਸੂਸ ਕਰੂੰਗਾ ਵੀ ਤੁਸੀਂ ਵੀ ਸੁਖੀ ਹੋ। ਤੋ ਜਿਹੜਾ ਰੱਬ ਦਾ ਨਾਮ ਜਪਦਾ ਹਮੇਸ਼ਾ ਰੱਬ ਨੂੰ ਵੇਖਦਾ, ਉਹਦੇ ਭਾਣੇ ਸਭ ਰੱਬ ਹੀ ਰੱਬ ਹੈ। ਭਾਈ ਕਨ੍ਹਈਏ ਜੀ ਦੀ ਨਿਗਾਹ ਦੇ ਵਿੱਚ ਗੁਰੂ ਗੋਬਿੰਦ ਸਿੰਘ ਤੋਂ ਬਗੈਰ ਕੋਈ ਹੈ ਹੀ ਨਹੀਂ। ਭਾਈ ਨੰਦ ਲਾਲ ਨੇ ਲਿਖ ਕੇ ਦੇ ਦਿੱਤਾ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ। ਮੈਂ ਮਹਾਂਪੁਰਖਾਂ ਦੀ ਸਾਖੀ ਸੁਣਾਉਣ ਲੱਗਾ ਸੀਗਾ। ਸੰਤ ਭਿੰਡਰਾਂ ਵਾਲੇ ਬਾਬਾ ਸੁੰਦਰ ਸਿੰਘ ਜੀ ਵਾਜਾ ਫੜ ਕੇ ਖੜੇ ਹੋ ਕੇ ਇਸੇ ਹੀ ਸ਼ਬਦ ਦਾ ਕੀਰਤਨ ਕਰ ਰਹੇ ਸਨ। ਸਾਜਨੜਾ ਮੇਰਾ ਸਾਜਨੜਾ, ਇਹ ਪੰਕਤੀ ਮੇਰੀ ਵਿਚਾਰ ਅਧੀਨ ਹੈ।
ਅੰਮ੍ਰਿਤ ਵੇਲੇ ਤੋਂ ਇਹਦੀ ਕਥਾ ਹੀ ਆਰੰਭ ਹੋਈ ਅਤੇ ਮੈਂ ਅੱਗੇ ਨਹੀਂ ਚੱਲ ਸਕਿਆ ਕਿਉਂਕਿ ਮੇਰਾ ਧਿਆਨ ਖਾਲਸਾ ਜੀਵਨ ਪੋਥੀ ਸਭ ਤੋਂ ਪਹਿਲਾਂ ਮੇਰੀ ਲਾਈਫ 'ਚ ਚੇਂਜਿੰਗ ਆਈ। ਪੜ੍ਹਦਿਆਂ ਹੋਇਆਂ ਕਾਲਜ ਦੀ ਲਾਈਫ ਸੀਗੀ, ਸਾਨੂੰ ਤਾਂ ਪਤਾ ਨਹੀਂ ਸੀ ਵੀ ਕਥਾ ਹੁੰਦੀ ਕੀ ਆ। ਉਹ ਸੰਤਾਂ ਦੇ ਦੂਰੋਂ ਦਰਸ਼ਨ ਕਰੀਦੇ, ਤੁਹਾਡੇ ਵਾਂਗ 2-4 ਮਿੰਟ ਬਹਿਣਾ ਮਿਲਣਾ, ਸਾਖੀ ਸੁਣ ਲੈਣੀ। ਅਤੇ ਪਰ ਉਹ ਖਾਲਸਾ ਜੀਵਨ ਪੜ੍ਹ ਕੇ ਮਹਾਂਪੁਰਖਾਂ ਦਾ ਜੀਵਨ, ਖਾਸ ਕਰਕੇ ਵਿਸ਼ੇਸ਼ ਸਾਖੀ, ਬਾਬਾ ਜੀ ਕਹਿੰਦੇ ਕੀਰਤਨ ਕਰ ਰਹੇ ਸੀ ਇਸ ਪੰਕਤੀ ਦਾ, ਇਸ ਸ਼ਬਦ ਦਾ। ਇੱਕ ਸਿੰਘ ਉੱਠ ਕੇ ਖੜਾ ਹੋ ਗਿਆ ਅਤੇ ਉੱਚੀ ਉੱਚੀ ਬੋਲਣ ਲੱਗ ਪਿਆ ਕਿ ਸੰਗਤ ਜੀ ਉਹ ਵੇਖੋ ਮਹਾਂਪੁਰਖਾਂ ਦੇ ਸੱਜੇ ਹੱਥ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੋਢੇ 'ਤੇ ਹੱਥ ਰੱਖ ਕੇ ਖੜ੍ਹ ਕੇ ਕੀਰਤਨ ਸੁਣ ਰਹੇ ਨੇ। ਅਤੇ ਫਿਰ ਕਹਿਣ ਲੱਗਾ ਵੀ ਹੁਣ ਪਰਿਕਰਮਾ ਕਰ ਰਹੇ ਨੇ, ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਮੱਥਾ ਟੇਕ ਰਹੇ ਨੇ। ਉਹ ਕਲਗੀਧਰ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਕਰ ਰਹੇ ਨੇ। ਅਤੇ ਵੇਖੋ ਹੁਣ ਮਹਾਰਾਜ ਦੇ ਵਿੱਚੋਂ ਹੀ ਨਿਕਲੇ ਸੀਗੇ ਜੋਤ, ਇੱਕ ਪ੍ਰਕਾਸ਼ ਨਿਕਲਿਆ ਸੀਗਾ, ਉਹੀ ਲਾਈਟ ਬਾਬਾ ਜੀ ਕੋਲ ਆਈ ਅਤੇ ਉਹਨੇ ਗੁਰੂ ਗੋਬਿੰਦ ਸਿੰਘ ਦਾ ਰੂਪ ਬਣਾ ਲਿਆ। ਹੁਣ ਉਹੀ ਲਾਈਟ ਬਣ ਕੇ ਵਿੱਚ ਹੀ ਵੜ ਗਈ। ਜੇ ਕੋਈ ਕਹੇ ਵੀ ਗੱਲ ਝੂਠ ਹੈ, ਅਤੇ ਇੱਕ ਨਾਸਾ ਦਾ ਵਿਗਿਆਨੀ ਜਿਹੜਾ ਹੱਡੀਆਂ ਦੇ ਰੋਗ ਦਾ ਰੋਗੀ ਸੀਗਾ, ਹੱਡੀਆਂ ਦਾ ਕੈਂਸਰ, ਉਹ ਅਕਾਲ ਤਖਤ ਸਾਹਿਬ 'ਤੇ ਆਇਆ। ਉਹਨੇ ਬੇਨਤੀ ਕੀਤੀ ਮੇਰੀ ਅਰਦਾਸ ਕਰੋ ਅਤੇ ਅਖੰਡ ਪਾਠ ਰੱਖੋ। ਜਿਸ ਵਕਤ ਅਖੰਡ ਪਾਠ ਸਾਹਿਬ ਚੌਂਕੜਾ ਮਾਰ ਕੇ ਸੁਣ ਰਿਹਾ ਸੀਗਾ ਅਤੇ ਉਸ ਵਕਤ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਇਹ ਪੰਕਤੀ ਜਦ ਪਾਠੀ ਸਿੰਘ ਦੇ ਮੁੱਖ ਵਿੱਚ ਸੀ ਅਤੇ ਮਹਾਰਾਜ ਦੇ ਵਿੱਚੋਂ ਪ੍ਰਕਾਸ਼ ਨਿਕਲ ਕੇ ਉਹਦੇ ਮਸਤਕ ਨੂੰ ਟੱਚ ਕੀਤਾ ਅਤੇ ਸਾਰੇ ਸਰੀਰ 'ਚ ਕਹਿੰਦਾ ਝੁੰਡ-ਝੁੰਡੀ ਛਿੜੀ। ਅਤੇ ਸਰੀਰ ਜਿਸ ਤਰ੍ਹਾਂ ਕਿਸੇ ਕਮਲੇ ਨੂੰ ਕਰੰਟ ਲਾ ਦਿਓ ਅਤੇ ਉਹਦਾ ਦਿਮਾਗ ਟਿਕਾਣੇ ਆ ਜਾਂਦਾ, ਸਹੀ ਹੋ ਜਾਂਦਾ, ਸਰੀਰ ਹਲਕਾ ਹੋ ਜਾਂਦਾ। ਇੰਝ ਕਹਿੰਦਾ ਮੈਨੂੰ ਸਰੀਰ ਜਿਹੜਾ ਗੱਡੇ ਦੀ ਤਰ੍ਹਾਂ ਭਾਰੀ ਸੀਗਾ ਹਲਕਾ ਮਹਿਸੂਸ ਹੋਇਆ। ਉਹ ਸਾਰਾ ਹੀ ਰੋਗ ਮਹਾਰਾਜ ਨੇ ਚੁੱਕ ਦਿੱਤਾ। ਇਉਂ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਿਰਾਜਮਾਨ ਹੈ। ਜਿਸ ਭਾਵਨਾ ਨੂੰ ਲੈ ਕੇ ਕੋਈ ਅਰਦਾਸ ਕਰੂਗਾ ਉਸੇ ਮੁਤਾਬਕ ਹੀ ਮਹਾਰਾਜ ਰੂਪ ਧਾਰ ਕੇ ਦੇਣੇ। ਗੁਰੂ ਗ੍ਰੰਥ ਸਾਹਿਬ ਨੇ ਦਰਸ਼ਨ ਨੇ, ਜਿਹੜਾ ਵੀ ਰੂਪ ਚਾਹੋਗੇ ਉਹੀ ਰੂਪ ਬਣ ਜਾਊਗਾ। ਹੈ ਮਹਾਰਾਜ ਪ੍ਰਕਾਸ਼ ਰੂਪ, ਕੋਈ ਇਹਨਾਂ ਦਾ ਰੂਪ ਰੰਗ ਨਹੀਂ ਹੈ। ਰੂਪ ਰੰਗ ਰੇਖ ਪੇ ਕੋ ਕਹਿ ਨਾ ਸਕਤ ਕੇ। ਇਸ ਲਈ ਜਦ ਵੀ ਦਰਸ਼ਨਾਂ ਦੀ ਤਾਂਘ ਹੋਏ ਤਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰੀਏ। ਤੋ ਜਿਸ ਵਕਤ ਸਿੰਘ ਉੱਚੀ ਉੱਚੀ ਬੋਲਣ ਲੱਗ ਪਿਆ, ਮਹਾਂਪੁਰਖਾ ਕੀਰਤਨ ਰੋਕ ਦਿੱਤਾ। ਆਖਿਆ ਸਿੰਘ ਦੇ ਦਿਮਾਗ 'ਚ ਕੋਈ ਫਰਕ ਪੈ ਗਿਆ ਜਾਪਦਾ। ਜਿਹੜਾ ਬੰਦਾ ਬਹੁਤਾ ਬੋਲਦਾ ਉਹਨੂੰ ਲੋਕ ਕਮਲਾ ਕਹਿੰਦੇ ਨੇ, ਕਹਿੰਦੇ ਉਹਨੂੰ ਫੜ ਕੇ ਬਾਹਰ ਲੈ ਜਾਓ, ਇਹ ਰੌਲਾ ਪਾ ਰਿਹਾ, ਇਹਦੀ ਮਾਲਸ਼ ਮੂਲਸ਼ ਕਰੋ। ਉਹਨੂੰ 40 ਦਿਨ ਕਮਰੇ 'ਚੋਂ ਨਿਕਲ ਦਿੱਤਾ। ਉਹਦੇ ਸਿਰ ਨੂੰ ਚੱਸੀ ਗਏ, ਪੈਰਾਂ ਦੀਆਂ ਤਲੀਆਂ। ਉਹ ਮਸਾਂ ਵਿਚਾਰਾ ਛੁੱਟ ਛੱਡ ਕੇ ਬਾਹਰ ਆਇਆ। ਕਹਿੰਦੇ ਬਾਬਾ ਜੀ ਚੰਗਾ ਤੁਸੀਂ ਮੇਰੇ ਨਾਲ ਕੀਤਾ, ਦੱਸੋ ਮੈਂ ਕਮਲਾ ਸੀਗਾ ਅਤੇ ਤੁਸੀਂ ਮੈਨੂੰ ਅੰਦਰੋਂ ਬਾਹਰ ਹੀ ਨਹੀਂ ਆਉਣ ਦਿੱਤਾ, ਫਜ਼ੂਲ ਹੀ ਮੈਨੂੰ ਖੁਰਾਕ ਖਵਾਈ ਗਏ ਅਤੇ ਮਾਲਸ਼ਾਂ ਕਰਾਈ ਗਏ। ਮੈਂ ਝੂਠ ਬੋਲਿਆ ਜੀ? ਤੁਸੀਂ ਦੱਸੋ ਗੁਰੂ ਗੋਬਿੰਦ ਸਿੰਘ ਤੁਹਾਡੇ ਸੱਜੇ ਮੋਢੇ 'ਤੇ ਹੱਥ ਨਹੀਂ ਸੀ ਰੱਖ ਕੇ ਖੜ੍ਹੇ? ਮਹਾਰਾਜ ਦੱਸੋ। ਕਹਿੰਦੇ ਬੰਦਾ ਜਿਹੜਾ ਬੋਲਦਾ, ਕਹਿੰਦੇ ਬੋਲਤ ਬੜੇ ਬੇਕਾਰ ਆ, ਜਿਨ ਹਰ ਪਾਇਆ ਤੈਨੇ ਛਪਾਇਆ। ਬੋਲਣ ਵਾਲੇ ਨੂੰ ਦੁਨੀਆ ਕਮਲਾ ਗਿਣਦੀ ਆ। ਮੈਂ ਕਮਲਾ ਤੈਨੂੰ ਤਾਂ ਆਖਿਆ ਵੀ ਤੂੰ ਬੋਲਿਆ ਕਿਉਂ ਕਮਲਿਆ? ਜਿਹਦੇ ਮੋਢੇ 'ਤੇ ਹੱਥ ਸੀਗਾ ਉਹਨੂੰ ਨਹੀਂ ਪਤਾ, ਤੇਰੇ ਬੋਲਣ ਨਾਲ ਬਹੁਤਾ ਪਤਾ ਲੱਗਣਾ, ਦਸੀਦਾ ਥੋੜ੍ਹਾ ਆ। ਇਸ ਵਾਸਤੇ ਕਹੋ ਨਾਨਕ ਅਜਰਜਨ ਜਰਿਆ ਤਿਸ ਹੀ ਕੋ ਬਨ ਆਵਤ। ਇਸ ਲਈ ਬਾਣੀ ਜੋ ਬੋਲ ਰਹੀ ਹੈ ਬਿਲਕੁਲ ਸੱਚ ਬੋਲ ਰਹੀ ਹੈ। ਸਾਨੂੰ ਨਹੀਂ ਦਿਖਦਾ ਤਾਂ ਜ਼ਰੂਰੀ ਨਹੀਂ ਵੀ ਰੱਬ ਹੈ ਹੀ ਨਹੀਂ। ਪਾਤਸ਼ਾਹ ਜੀ ਦਾ ਬਚਨ ਸੁਣੋ। ਸਾਜਨੜਾ ਮੇਰਾ ਸਾਜਨੜਾ, ਜੋ ਮੇਰਾ ਸੱਜਣ ਹੈ ਉਹ ਮਨ ਦਾ ਬਾਣੀ ਦਾ ਸੱਜਣ ਹੈ। ਨਿਕਟ ਖਲੋਇੜਾ ਮੇਰਾ ਸਾਜਨੜਾ, ਮੇਰਾ ਸੱਜਣ ਹੈ, ਬਿਲਕੁਲ ਮੇਰੇ ਨੇੜੇ ਖੜਾ ਹੈ। ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਾਂ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਭਗਤ ਨਾਮਦੇਵ ਦੇ ਦੇਹੁਰੇ ਦੇ ਦਰਸ਼ਨ ਕਰਨ ਮੈਂ ਗਿਆ। ਉੱਥੋਂ ਦੇ ਛੋਟੇ ਛੋਟੇ ਬੱਚੇ
ਪੰਡਤ ਦੱਸਦੇ ਨੇ ਵੀ ਨਾਮਦੇਵ ਵਾਸਤੇ ਵਾਹਿਗੁਰੂ ਜੀ ਨੇ ਦੇਵਰਾ ਫੇਰਿਆ ਸੀਗਾ, ਇੱਥੇ ਨਾਮਦੇਵ ਬੈਠਾ ਸੀਗਾ। ਉਹ ਮੰਦਰ ਸ਼ਿਵ ਜੀ ਦਾ ਹੈ ਅਤੇ ਬਾਬੇ ਨਾਮਦੇਵ ਦੀ ਜਗ੍ਹਾ ਬਾਹਰਲੇ ਪਾਸੇ ਬਣੀ ਹੋਈ ਹੈ। ਫੇਰ ਦੀਆ ਦੇਹਰਾ ਨਾਮੇ ਕੋ ਪੰਡੀਅਨ ਕੋ ਪਿਸ਼ਕਵਾਰਲਾ, ਮੋਢਾ ਲਾ ਕੇ ਮਹਾਰਾਜ ਨੇ ਪ੍ਰਤੱਖ ਦੇਵਰਾ ਫੇਰਿਆ ਅਤੇ ਆਪਦੇ ਛਾਤੀ ਨਾਲ ਲਾਇਆ। ਆਖਿਆ ਪੰਡਤਾਂ ਨੇ ਮਾਰਿਆ, ਰੋਂਦਾ ਕਾਹਤੋਂ ਆ ਕਮਲਿਆ, ਰੋਈਦਾ ਥੋੜ੍ਹਾ ਆ, ਚੱਲ ਮੈਂ ਤੈਨੂੰ ਮੰਦਰ 'ਚ ਮੱਥਾ ਟਿਕਾਵਾਂ, ਚੱਲ ਕੌਣ ਨਹੀਂ ਜਾਣ ਦਿੰਦਾ। ਮਹਾਰਾਜ ਮਿਲਿਆ, ਰੋਂਦੇ ਨੂੰ ਚੁੱਪ ਕਰਾਇਆ। ਦੱਸੋ ਕੌਣ ਕਹਿੰਦਾ ਰੱਬ ਨਹੀਂ ਹੈ। ਭਗਤ ਧੰਨੇ ਦੀਆਂ ਗਾਵਾਂ ਚਾਰੀਆਂ, ਖੂਹ ਗੇੜਿਆ, ਨਾਮਦੇਵ ਜੀ ਨੂੰ ਤੋਂ ਵੇਖੋ ਉਹਦਾ ਦੁੱਧ ਛਕਿਆ ਸੀਗਾ ਸਭ ਤੋਂ ਪਹਿਲੀ ਦਫਾ। ਅਤੇ ਭਗਤ ਪ੍ਰਹਿਲਾਦ ਨੂੰ ਥੰਮ ਪਾੜ ਕੇ ਥੰਮ ਰੂਪ ਹਰ ਪ੍ਰਗਟਿਆ, ਨਰਸਿੰਘ ਰੂਪ ਅਨੂਪ ਜੁਗਾਰ। ਕਬੀਰ ਜੀ ਨੂੰ ਗੰਗਾ ਦੀਆਂ ਡੂੰਘੀਆਂ ਲਹਿਰਾਂ 'ਚੋਂ ਆਪ ਕਿਰਪਾ ਕਰਕੇ ਬੋਝ ਕੇ ਬਚਾਇਆ ਅਤੇ ਉਹਨੂੰ ਘਾਟ 'ਤੇ ਲਾਇਆ। ਕਿਹੜਾ ਕਹਿੰਦਾ ਵੀ ਵਾਹਿਗੁਰੂ ਨਹੀਂ ਹੈ, ਦਰਸ਼ਨ ਨਹੀਂ ਦਿੰਦਾ। ਸੰਤਾਂ ਭਗਤਾਂ ਨੂੰ ਦਰਸ਼ਨ ਹੋਏ ਹਨ। ਇਸ ਲਈ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰ ਨਾਖ ਸਮਾਰ ਪਹੁੰਚਾਇਆ। ਕੱਲ੍ਹ ਸ਼ਾਮ ਦੀ ਕਥਾ 'ਚ ਬਾਲਾ ਰਾਓ ਅਤੇ ਰੁਸਤਮ ਰਾਓ ਦੀ ਸਾਖੀ ਆਪਣੇ ਸੁਣੀ ਹੋਵੇਗੀ। ਪੂਨੇ ਸਤਾਰੇ ਦੇ ਕਿਲ੍ਹੇ ਵਿੱਚੋਂ ਮਹਾਰਾਜ ਗੁਰੂ ਗੋਬਿੰਦ ਸਿੰਘ ਨੇ ਪ੍ਰਤੱਖ ਘੋੜੇ ਦੀਆਂ ਰਕਾਬਾਂ ਫੜਾ ਕੇ ਉਹਨਾਂ ਨੂੰ ਬਾਹਰ ਕੱਢਿਆ ਸੀਗਾ ਅਤੇ ਮਨਮਾੜ ਸਟੇਸ਼ਨ 'ਤੇ ਉਤਾਰਿਆ। ਗੁਰਦੁਆਰਾ ਐਵੇਂ ਥੋੜ੍ਹਾ ਬਣਦਾ, ਜੇ ਕੋਈ ਕਹੇ ਵੀ ਸਾਖੀ ਝੂਠੀ ਹੈ। ਉੱਥੇ ਮਨਮਾੜ ਜਿੱਥੇ ਗੱਡੀ ਰੁਕਦੀ ਹੈ ਉੱਥੇ ਉਹਨਾਂ ਦਾ ਗੁਰਦੁਆਰਾ ਬਣਿਆ ਹੋਇਆ। ਇਤਿਹਾਸ ਲਿਖਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਆਪਦੇ ਸੱਚਖੰਡ ਜਾਣ ਤੋਂ 40 ਸਾਲ ਬਾਅਦ, 7 ਬਗਾਨੇ ਸੀ, ਉਹ ਸਿੱਖ ਨਹੀਂ ਸੀਗੇ, ਹਿੰਦੂ ਰਾਜਪੂਤ ਸੀਗੇ, ਅਤੇ ਉਹਨਾਂ ਨੂੰ ਦਰਸ਼ਨ ਦਿੱਤੇ ਬਕਾਇਦਾ ਘੋੜੇ ਸਮੇਤ। ਉਹਨਾਂ ਨੂੰ ਆਕਾਸ਼ ਦੇ ਵਿੱਚ ਹੈਲੀਕਾਪਟਰ ਦੀ ਤਰ੍ਹਾਂ ਉਡਾ ਕੇ, ਅਤੇ ਵੇਖੋ ਕਿੰਨੇ ਮੀਲਾਂ ਦੂਰ ਉਹਨਾਂ ਨੂੰ ਪਹਾੜੀ ਦੇ ਉੱਪਰ ਉਤਾਰ ਕੇ ਉਹਨਾਂ ਦੀ ਜਾਨ ਬਚਾਈ। ਮਹਾਰਾਜ ਹੈ ਅਤੇ ਤਾਂ ਹੀ ਉਹ ਭਗਤਾਂ ਨੂੰ ਦਰਸ਼ਨ ਦਿੰਦਾ ਹੈ। ਜਾਨੀੜਾ ਹਰ ਜਾਨੀੜਾ, ਉਹ ਪਰਮੇਸ਼ਰ ਸਾਡਾ ਜਾਨੀ ਪਿਆਰਾ ਹੈ, ਉਹ ਸਾਡਾ ਪਿਆਰਾ ਹੈ ਜੀ। ਨੈਣ ਲੋਇੜਾ ਹਰ ਜਾਨੀੜਾ, ਉਸ ਪਿਆਰੇ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਦਰਸ਼ਨਾਂ ਨੂੰ ਪ੍ਰਤੱਖ ਸੱਜੇ ਖੱਬੇ ਜਾਂ ਮਨਬੁੱਧ ਰੂਪ ਵੈਰਾਗ ਵਿਵੇਕ ਰੂਪ ਨੇਤਰਾਂ ਦੇ ਨਾਲ ਵੇਖਣਾ ਕੀਤਾ ਹੈ। ਇਹ ਜਿਹੜੀਆਂ ਅੱਖਾਂ ਨੇ, ਇਹਨਾਂ ਤੋਂ ਇਲਾਵਾ ਹੋਰ ਅੱਖਾਂ ਨੇ ਜਿਹਦੇ ਨਾਲ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਹਨ। ਰੂਹ ਦਰ ਹਰ ਜਿਸਮ ਗੁਰ ਗੋਬਿੰਦ ਸਿੰਘ, ਨੂਰ ਦਰ ਹਰ ਚਸ਼ਮ ਗੁਰ ਗੋਬਿੰਦ ਸਿੰਘ। ਜਿਹੜੀਆਂ ਅੱਖਾਂ ਭਾਈ ਨੰਦ ਲਾਲ ਨੂੰ ਦਿੱਤੀਆਂ। ਜਾਨੀੜਾ ਹਰ ਜਾਨੀੜਾ, ਉਹ ਹਰੀ ਪਰਮੇਸ਼ਰ ਸਾਡਾ ਮਨ ਕਰਕੇ, ਬਾਣੀ ਕਰਕੇ ਸਰੀਰ ਦਾ ਪਿਆਰਾ ਹੈ, ਜਿਹਨੂੰ ਗੁਰਾਂ ਦੁਆਰਾ ਜਾਣਨਾ ਕੀਤਾ ਹੈ, ਜਾਂ ਸਾਰਿਆਂ ਦੇ ਹਿਰਦੇ ਦੀ ਜੋ ਪਰਮੇਸ਼ਰ ਜਾਣਨ ਵਾਲਾ ਹੈ। ਨੈਣਾ ਲੋਇੜਾ ਹਰ ਜਾਨੀੜਾ, ਉਹ ਜਾਣੀ ਜਾਣ ਹਰੀ ਅਸੀਂ ਅੱਖਾਂ ਦੇ ਨਾਲ ਵੇਖਿਆ। ਸਾਧ ਸੰਗਤ ਜੀਓ, ਮਹਾਰਾਜ ਨੂੰ ਅੱਖਾਂ ਦੇ ਨਾਲ ਵੇਖਿਆ। ਇਹ ਜ਼ਰੂਰੀ ਨਹੀਂ ਵੀ ਅਸਲੀ ਰੂਪ ਦੇ, ਉਹ ਕੀ ਪਤਾ ਕਿਹੜੇ ਰੂਪ 'ਚ ਆ ਸਕਦਾ ਹੈ। ਭਿੰਡਰਾਂ ਵਾਲੇ ਜਿਹੜੇ 5 ਪਿਆਰੇ ਨੇ, ਆਪਾਂ ਤਾਂ ਸੰਗਤ ਦੇ ਹੱਥਾਂ ਦਾ ਛਕ ਲਈਦਾ। ਜਿਹੜੇ ਸਿੰਘ ਇੱਥੇ ਅੰਮ੍ਰਿਤ ਸੰਚਾਰ ਕਰਾਉਣ ਆਉਂਦੇ ਨੇ, ਭਿੰਡਰਾਂ ਮਹਾਂਪੁਰਖ ਬਾਬੇ ਮੂਹਣ ਸਿੰਘ ਨਾਲ ਜੁੜੇ ਹੋਏ ਨੇ, ਉਹ ਕਿਸੇ ਦੇ ਹੱਥ ਦਾ ਨਹੀਂ ਖਾਂਦੇ। ਮੈਂ ਖੁਦ ਆਪਦੇ ਘਰ ਪ੍ਰਸ਼ਾਦਾ ਬਣਾਇਆ ਅਤੇ ਫਲ ਫਰੂਟ ਖਾ ਕੇ ਆ ਗਏ, ਰੋਟੀ ਨਹੀਂ ਖਾਧੀ, ਅਤੇ ਬਥੇਰਾ ਤਰਲੇ ਮਾਰੇ ਪਰ ਨਹੀਂ ਛਕਿਆ। ਉੱਥੋਂ 5 ਪਿਆਰੇ ਹੇਮਕੁੰਟ ਸਾਹਿਬ ਗਏ। ਉਹਨਾਂ ਅਰਦਾਸ ਕੀਤੀ ਵੀ ਮਹਾਰਾਜ ਤੇਰੇ ਦਰਸ਼ਨ ਹੋਣ, ਅਤੇ ਕੈਮਰਾ ਇੱਕ ਲੈ ਲਿਆ ਅਤੇ ਹੇਮਕੁੰਟ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆ ਗਏ। ਸੋਚਿਆ ਬਣਾ, ਦਰਸ਼ਨ ਤਾਂ ਹੋਏ ਨਹੀਂ, ਅਰਦਾਸ ਕੀਤੀ ਸੀਗੀ ਅਤੇ ਆਪਾਂ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਆਏ, ਦਰਸ਼ਨ ਹੋਇਆ ਹੀ ਨਹੀਂ। ਫਿਰ ਜਦ ਰੀਲ ਧਵਾਈ ਕੈਮਰੇ ਦੀ ਅਤੇ ਬਾਅਦ 'ਚ ਫੋਟੋਆਂ ਵੇਖੀਆਂ, ਉੱਥੋਂ ਪਤਾ ਲੱਗਾ ਕਿ ਜਿਸ ਨਿਹੰਗ ਸਿੰਘ ਨੇ ਹੇਮਕੁੰਟ ਸਾਹਿਬ ਦੇ ਸਰੋਵਰ ਦੀਆਂ ਪਰਿਕਰਮਾ ਕਰਵਾਈਆਂ ਸਨ, ਉਹ ਨਿਹੰਗ ਸਿੰਘ ਦੀ ਫੋਟੋ ਕੈਮਰੇ ਦੇ ਵਿੱਚ ਆਈ ਹੋਈ ਨਹੀਂ।
ਜਿਹੜੀ ਸਨੈਪ ਤਿਆਰ ਕੀਤੀ, ਸਾਰੀਆਂ ਫੋਟੋਆਂ ਵਿੱਚ ਸਭ ਸਿੰਘਾਂ ਦੀਆਂ ਫੋਟੋਆਂ, ਪਰ ਉਹ ਨਿਹੰਗ ਸਿੰਘ ਦੀ ਫੋਟੋ ਹੈ ਹੀ ਨਹੀਂ। ਤਾਂ ਇਸ ਲਈ ਜ਼ਰੂਰੀ ਨਹੀਂ ਕਿ ਉਹ ਮਹਾਰਾਜ ਆਪ ਦੇ ਅਸਲੀ ਸਰੂਪ ਦੇ ਵਿੱਚ ਦਰਸ਼ਨ ਦੇਵੇ, ਉਹ ਕਿਸੇ ਰੂਪ ਦੇ ਵਿੱਚ ਵੀ। ਜਿਵੇਂ ਭਾਈ ਨੰਦ ਲਾਲ ਜੀ ਦੇ ਲੰਗਰ ਦੀ ਪਰਖ ਕਰਨ ਵੇਲੇ ਇੱਕ ਗਰੀਬ ਸਿੱਖ ਦਾ ਰੂਪ ਬਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਚਲਾ ਗਿਆ ਸੀ, ਅਤੇ ਅਗਲੇ ਦਿਨ ਭਰੇ ਦੀਵਾਨ ਦੇ ਵਿੱਚ ਗੁਰੂ ਜੀ ਮਹਾਰਾਜ ਨੇ ਐਲਾਨ ਕੀਤਾ ਕਿ ਤੁਸੀਂ ਕਹਿੰਦੇ ਹੋ ਅਸੀਂ ਇੰਨੇ ਲੰਗਰ ਚਲਾਉਂਦੇ ਹਾਂ, ਸਾਨੂੰ ਤਾਂ ਕਿਸੇ ਲੰਗਰ ਵਿੱਚੋਂ ਕੁਛ ਵੀ ਨਹੀਂ ਮਿਲਿਆ। ਇੱਕ ਭਾਈ ਨੰਦ ਲਾਲ ਜੀ ਲੰਗਰ ਵਿੱਚੋਂ ਪਾਸ ਹੋਏ, ਜਿਨ੍ਹਾਂ ਦੇ ਕੋਲੋਂ ਗੁੱਝਾ ਆਟਾ ਅਤੇ ਅੱਧ ਭੁੰਨੀ ਦਾਲ ਸਾਨੂੰ ਪ੍ਰਾਪਤ ਹੋਈ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਨੇੜੇ ਹਨ ਅਤੇ ਸਾਡੇ ਦਿਲਾਂ ਦੀਆਂ ਗੱਲਾਂ ਨੂੰ ਜਾਣਦੇ